ਜਾਨੀ ਮਿੱਤਰਾ क्या हाल है मित्र प्यारे हो? क्या हाल है तुम्हारा? तुम कहाँ से हो? अच्छा ढोट का की हाल चाल है? कैम ढोट सोना सुनखा बड़ा यार। तू भी अज परना बन के पता जग जानी दस हूँ किवें चलदी है दुकान? मैनू ना क्या मैं जॉनी ने ना पीती ना क्या ते मैनू ऐ लगना मैं पाप सारे हिंदुस्तान जिंदाबाद। सारे हिंदुस्तान च भावें सिद्धू का पता होवे ना होवे पर ज्ञानी का पता है। ज्ञानी का पता तो राजदीप सरदेसाई जी इत्थे बैठे ਉਹਨੇ ਜਦੋਂ नब्ज बननी है ना लोगों ने क्या करके उन्हें आगे ज्ञानी से बहना पर एक गल सुन ला ਹੁਣ कचौरी ना कमाई मेरा कि स्टंट पवा दे ਤੁਹਾਨੂੰ ਨਹੀਂ ਤਗੜੇ ਕਰਨਾ ਓਏ ਗੱਲ ओ नहीं नहीं बाबा तेरे कोई मैं कोई शहनशाह चुप कर वाह क्या बात है। बड़ी देर बाद ज्ञानी ਦੇ ਬੈਂਚਾਂ ਤੇ ਬੈਠੇ ਆ ਭਾਈ ਹੈ। ਉਹ ਅੱਗੇ ਗਿਆਨੀ ਸਟੂਲ ਹੁੰਦੇ ਸੀ ਉਹ ਜਿਹੜੇ ਲੱਕੜ ਵਾਲੇ ਹੈ। ਗਿਆਨੀ ਸਟੂਲ ਲਿਆ ਯਾਰ ਇੱਕ ਲੱਕੜ ਵਾਲਾ ਉਹ ਲੱਕੜ ਵਾਲਾ ਲਿਆ। ਉਹ ਸੁਣਾਓ ਅੱਜ ਤੁਹਾਡੇ ਨਾਲ ਗੱਲਾਂ ਮਾਰਦੀਆਂ ਤੁਹਾਡੇ ਨਾਲ ਅੱਜ ਗੱਲਾਂ ਮਾਰਦੀਆਂ ਮੈਂ ਸਟਾਰ किस तरह चल रहा है? आना चल रहा सर हो गया GST नहीं बने GST 1000 अमेंडमेंट कितनी लागू है 1000 अमेंडमेंट। देखो मैं अज मेरे ध्यान का कारण जोड़ा ना वो यही पूछना यानी कुर्सी तेरे खातर है मेरे खातर मैं कहना गलासी च लिया गलासी च लिया चाह तेरी स्वाद तां ही लगदी मैनूं मैं पीना मिठा घट ਉੱਚੀ ਗੇਮ ਹੈ। ਇਹ ਜਿਹੜਾ ਸ਼ੜਯੰਤਰ ਇਹ ਬੜੇ ਸਾਲਾਂ ਤੋਂ ਚੱਲ ਰਿਹਾ ਔਰ ਇਸ ਸ਼ੜਯੰਤਰ 'ਚ ਹਰ ਬੰਦਾ ਚਪੇਟੇ ਬੰਦੇ ਨੂੰ ਆਦਾ ਸਤਿ ਸ੍ਰੀ ਅਕਾਲ ਕਿ ਅੱਜ ਕਿਸਾਨ ਕੀ ਹਾਲ ਚਾਲ ਹੈ ਕਿ ਅੱਜ ਕਿਸਾਨ ਲੜਾਈ ਲੜ ਇਹ ਇੰਨਾ ਚਪੇਟੇ 'ਚ ਆਮ ਆਦਮੀ ਕਿ ਤੁਸੀਂ ਹਰਾਮ ਰਹਿ ਜਾਓ। ਸਰਕਾਰਾਂ ਗੀਤ ਗਾਉਂਦੀਆਂ ਰਹੀਆਂ ਨੇ ਉਹ ਪੁਰਾਣੇ ਜਿਹੜੇ ਗਾਣੇ ਹੁੰਦੇ ਸੀ ਨਾ ਪੁਰਾਣੇ ਜਿਹੜੇ ਗਾਣੇ ਹੁੰਦੇ ਸੀ ਕਿ ਪਰਦੇ ਮੇ ਰਹਿਣੇ ਦੋ ਪਰਦਾ ਨਾ ਉੱਠੋ ਹਾਂਜੀ पर्दा जो उठ गया तो फिर हाय तो बेद खुल जाए। हाँ बुलाओ हथियार में बेद खुल जाए बेद खुल जाए। ये भेजना तो खुलन डे जिमें प्याज दियां परतां जिमें प्याज दियां परतां ऐ खुली पोता इन्हां दे भेद कड़ा पड़दा पिया भेद किद्दां खुलन डे। पहली गल तो ये कि सरकार कहती जी असीं बड़े पाते खां पंजाब की सरकार की सिटी 10 साल वाली कर्जा चढ़ाऊगी सब तो बड़ा बोझ धरती के उत्ते की है मैनूं दस दो। किसान खुदकुशियां क्यों करता है की है सब तो बड़ा ये सब तो बड़ा बोझ कर जाइए ना मैं कहना इस तो उत्ते की कोई बोझ है कर्जा है वो सब तो दुखी। वाह क्या बात करती इसे करके किसान दुखी है खुदकुशियां कर रहे हैं बाकी नहीं व्यापारी भी उन्होंने उत्ते भी कर्जे ने। हुण तुसीं देखो हिंदुस्तान की सरकार की जब तक सरदार मनमोहन सिंह 67 सालों के ध्यान नाल सुनियो गल 67 सालों के कर्जा 54 लाख करोड़ 67 साल पूरे 67 सालों के कर्जा 54 लाख करोड़ ये आए सुनो ये आए 4.5 सालों के कर्जा 82 लाख
ਇਹ ਵੱਡੇ ਮਤਲਬ ਡੀਂਗਾ ਮਾਰਦੇ ਆ ਖੜਕੇ ਕਿ ਗੇਮਾਂ ਚਲਾਈਆਂ ਨਾ ਇਹ ਵੱਡੀਆਂ ਕਿ ਜੀ ਡੈਟ ਵੀ ਆਊਗੀ ਤੇ ਕਰਜ਼ਾ ਵੀ ਆਊਗਾ ਜੀ ਐ ਮੋੜਾਂਗੇ ਜੀ ਤੇ ਐ ਡਿਵੈਲਪਮੈਂਟ ਕਰਾਂਗੇ। ਇਹ ਹਵਾਈ ਕਿਲੇ ਆ ਸਾਰੇ। ਮੈਂ ਤੁਹਾਨੂੰ ਇਹਦਾ ਉਦਾਹਰਨ ਦਿੰਦਾ, ਜਦੋਂ 67 ਸਾਲਾਂ ਦੇ ਵਿੱਚ ਕਰਜ਼ਾ ਚੜਿਆ ਤੇ 1 ਸਾਲ ਦੇ ਵਿੱਚ 74,000 ਕਰੋੜ ਰੁਪਇਆ ਕਰਜ਼ਾ ਚੜਦਾ ਸੀ। ਲੇਕਿਨ ਸੁਣਨ ਵਾਲੀਆਂ ਗੱਲਾਂ 74,000 ਕਰੋੜ ਰੁਪਇਆ ਕਰਜ਼ਾ ਚੜਦਾ ਸੀ ਔਰ 1 ਮਹੀਨੇ 'ਚ 6200 ਕਰੋੜ ਦੇਸ਼ ਦੇ ਪੂਰੇ ਦੇਸ਼। ਇਹ ਸਰਕਾਰ ਆਈ ਇਹਨਾਂ ਦੀ 2014 ਵਿੱਚ, ਠੀਕ ਹੈ ਠੀਕ ਹੈ। 1 ਸਾਲ ਦੇ ਵਿੱਚ 7 ਲੱਖ ਕਰੋੜ ਰੁਪਇਆ ਹਿੰਦੁਸਤਾਨ ਦੇ ਉੱਤੇ ਕਰਜ਼ਾ ਚੜਦਾ ਔਰ 1 ਮਹੀਨੇ ਦੇ ਵਿੱਚ 60,000 ਕਰੋੜ ਰੁਪਇਆ। ਹੁਣ ਹੈ ਬੋਝ, ਹੈ ਬੋਝ। ਪਹਿਲੀ ਗੱਲ ਇਹ ਸਮਝ ਲਓ 10 ਗੁਣਾ ਇਹ ਕਿਤੇ ਬੈਠਣ ਦੇਣਾ, ਕਿਤੇ ਬੈਠਾ ਮੈਂ ਇਹ ਆਮ ਬੰਦੇ ਦੀ ਇੱਜ਼ਤ ਦੀ ਲੜਾਈ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ ਆਮ ਬੰਦੇ ਦੀ ਮੈਂ ਤੁਹਾਨੂੰ ਸਮਝਾਊਂਗਾ ਔਰ ਇਹ ਗੱਲ ਨੂੰ ਸਮਝਣਾ ਔਰ ਇਹ ਜ਼ਿਆਦਾ ਸੁਣਤਾ ਰਹੇ ਜ਼ਿਆਦਾ ਸਮਝਾਉਂਗਾ। ਵਾਹ ਗਿਆਨੀ ਕਮਾਲ ਕਰਦੀ ਕੰਡੇ ਵਾਲੀ ਹੈ। ਹੁਣ ਜਦੋਂ ਆਪਾਂ ਇਸ ਗੇਮ ਨੂੰ ਦੇਖਦੇ ਲੋਕੀ ਸੋਚਦੇ ਵੀ ਕਰਜ਼ਾ ਤਾਂ ਕੋਈ ਹੋਰ ਹੀ ਮੋੜਦਾ ਹੈ, ਅੱਜ ਤਾਂ ਮੋੜਦੇ ਨਹੀਂ। ਪਰ ਸੱਚ ਗੱਲ ਕਿੰਨੀ ਖਾਦੀ ਆ ਨਾ ਕਰ ਚੁੱਕਾ ਹੈ। ਸਹੀ ਗੱਲ ਇਹ ਹੈ ਵੀ ਕਰਜ਼ਾ ਤੁਸੀਂ ਉਹ ਪਬਲਿਕ ਦੇ ਪੈਸਿਆਂ ਦੇ ਨਾਲ ਸਰਕਾਰ ਚੱਲਦੀ ਹੈ ਕਿਉਂਕਿ ਸਰਕਾਰ ਤੇ ਕਿਰਾਏ ਵਾਲੀ ਹੈ। ਦੁਕਾਨਦਾਰ ਦੇ ਉੱਤੇ ਜੋ ਦੁਕਾਨ ਨਹੀਂ ਲੈਂਦੇ ਉਹਦੇ ਕਿਰਾਏ ਨੇ, ਸ਼ਾਇਦ ਤੱਕ ਕਿਰਾਏਦਾਰ 5 ਸਾਲ ਹੈ 6 ਸਾਲ ਹੈ ਨਹੀਂ ਹੈ ਸਰਕਾਰ ਨੇ ਆਣਾ, ਸਰਕਾਰ ਨੇ ਜਾਣਾ, ਸਰਕਾਰ ਨੇ ਆਣਾ ਸਰਕਾਰ ਨੇ ਜਾਣਾ। ਹਰ ਹਿੰਦੁਸਤਾਨੀ ਦੇ ਸਿਰ ਤੇ ਕਰਦਾ ਹੈ। ਤੁਸੀਂ ਆਪਣੀ ਮਿਹਨਤ ਨਾਲ ਆਪ ਟੈਕਸ ਪੇ ਕਰਕੇ ਇਹ ਕਰਜ਼ਾ ਮੋੜਨਾ ਤੇ ਟੈਕਸ ਗੱਲਾਂ ਹੋਈ ਨਹੀਂ, ਇਹ ਤੇ ਇਨਕਮ ਟੈਕਸ ਹੈ। ਹਾਂ ਆ ਦੇਖੋ ਗੱਲ ਕਹੀ ਟੈਕਸ ਕਿਹੜਾ ਇਹਦਾ ਟੈਕਸ ਕਿਹੜਾ ਤੁਸੀਂ ਟੁੱਥਪੇਸਟ ਖਰੀਦਦੇ ਹੋ ਟੈਕਸ ਹੈ, ਤੁਸੀਂ ਤੇਲ ਖਰੀਦਦੇ ਹੋ ਪੈਟਰੋਲ ਖਰੀਦਦੇ ਹੋ ਟੈਕਸ ਨਹੀਂ। ਦੁਨੀਆ ਦਾ ਸਭ ਤੋਂ ਵੱਧ ਠੀਕ ਹੈ। ਤੁਸੀਂ ਮਤਲਬ ਭਿਖਾਰੀ ਤੇ ਵੀ ਟੈਕਸ ਹੈ। ਲੋਕੀ ਕਹਿੰਦੇ ਨੇ ਟੈਕਸ ਨਹੀਂ, ਟੈਕਸ ਅਸੀਂ ਨਹੀਂ ਦਿੰਦੇ। ਬੇਟਾ ਭਿਖਾਰੀ ਤੇ ਵੀ ਟੈਕਸ ਹੈ। ਕਿੱਦਾਂ? ਕਿਉਂਕਿ ਜੇ ਕਿਸੇ ਭਿਖਾਰੀ ਨੂੰ ਕਹਿੰਦੇ 10 ਰੁਪਏ ਦੇ ਤੇ 20 ਰੁਪਏ ਦੇ ਤੇ ਜੇ ਉਹਨੇ ਬਿਸਕੁਟਾਂ ਦਾ ਪੈਕਟ ਵੀ ਖਰੀਦਿਆ ਉਹ ਬਿਸਕੁਟਾਂ ਦੇ ਪੈਕਟ ਦੇ ਉੱਤੇ ਵੀ ਟੈਕਸ ਤੇ ਜਾਂਦਾ ਕਿਹਦੇ ਕੋਲ ਹੈ? ਸਰਕਾਰ ਕੋਲ। ਤੇ ਸਰਕਾਰ ਬਣਦੀ ਹੈ ਫਿਰ ਪਾਣੇ ਖਾ ਵੀ ਅਸੀਂ ਕਰ ਰਹੇ ਕੀ ਕਰ ਰਹੇ ਹਾਂ? ਸਵਾਹ ਕਰ ਰਹੇ। ਮੈਂ ਕਹਿੰਦਾ ਤੁਸੀਂ ਕੱਖ ਨਹੀਂ ਕਰ ਰਹੇ। ਤੁਸੀਂ ਉਹ ਆਮ ਬੰਦੇ ਦਾ ਪੈਸਾ ਉਹਦੇ ਹੱਕਾਂ ਨੂੰ ਉਹਦੀ ਜੇਬ ਚੋਂ ਕੱਢ ਕੇ ਜੇਬ ਕਤਰੇ ਬਣ ਕੇ ਤੁਸੀਂ ਇਹ 4 ਆਪਦੇ ਚਰੀਕਿਆਂ ਦੀ ਜੇਬ ਪਾ ਰਹੇ। ਤੁਸੀਂ ਆਪ ਸਾਰਾ ਜੀਵਨ ਮਿਨਿਸਟਰ ਮੈਂ ਕਿਹਾ ਮੈਂ ਤੇ ਤੁਹਾਡੇ ਨਾਲ ਹੀ ਆ। ਜਦੋਂ ਤੁਹਾਡਾ ਪਿਆਰ ਦੇ ਰਿਹਾ ਮੁੰਡੇ ਦੀ ਸਮਾਈ ਦੇਖਣੀ ਮੈਂ ਬਣ ਗਿਆ ਸਾਰਾ ਕੁਝ। ਅਲਸੀ ਵਾਲੀ ਪਿੰਨੀ ਵੀ ਨਹੀਂ ਖਾਦੀ ਲੱਗਦੀ ਅੱਜ। ਇਹਨਾਂ ਨੇ ਕਰਨਾ ਮੈਂ ਕਿਹਾ ਜੋ ਚੱਲ ਰਿਹਾ ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਆਵਾਜ਼ ਆ। ਤੁਸੀਂ ਆਈਡੀਅਲ ਜੀ, ਹਰ ਬੰਦਾ ਚਾਹੁੰਦਾ ਜੀ, ਹਰ ਬੰਦਾ ਚਾਹੁੰਦਾ ਜੇ ਕੋਈ ਦੋ ਰਾਈ ਨਹੀਂ ਜੇ ਤੁਹਾਡੇ ਵਰਗੇ ਸੁਲਝੇ ਹੋਏ, ਤੁਹਾਡੇ ਵਰਗੇ ਨੇਤਾ ਬਹੁਤ ਜ਼ਰੂਰਤ ਹੈ। ਹਜੇ ਤੇ ਮੈਂ ਪੁੱਛੀਆਂ ਸੁਲਝਾਉਣੀਆਂ ਫਿਰ ਦੇਖਿਓ। ਹਜੇ ਤੇ ਪਰਦਾ ਮੈਂ ਚੁੱਕਣਾ ਹਜੇ। ਪਰਦਾ ਵਾਲਾ ਤੁਸੀਂ ਕਰਨਾ ਸਰ। ਇਹ ਤੁਸੀਂ ਕਰਨਾ ਸਾਰੇ ਆਪਾਂ ਸਾਰੀ ਪਬਲਿਕ ਹੈ ਨਹੀਂ, ਸਾਰੀ ਪਬਲਿਕ ਤੁਹਾਡੇ ਦਾ। ਮੈਂ ਦੇਖੋ ਮੈਂ ਕੀ ਕਰਦਾ ਕਚੌੜੀ ਖਾ ਕੇ ਅਲਗ ਨਹੀਂ ਕਰਦਾ। ਅਲਗ ਨਹੀਂ ਕਰਦਾ ਜਗਾਉਣਾ ਬੰਦੇ ਉਹਦੇ ਅੰਦਰ ਦੀ ਚੇਤਨਾ ਜਗਾਉਣਾ। ਬੈਠ ਫੜ ਕੇ ਜਦੋਂ ਐਂ ਨਹੀਂ ਕਰਦਾ ਨਾ ਕੋਈ ਉਹ ਚਾਹੀਦਾ ਨਹੀਂ। ਉਹ ਪੰਜਾਬ ਨੂੰ ਚਾਹੀਦਾ ਜੇ, ਬਾਕੀ ਕੋਈ ਨਹੀਂ। ਸਾਨੂੰ ਚਾਹੀਦਾ ਬਾਕੀ ਆਪਾਂ ਅੱਗੇ ਵਧੀਏ। ਆਪਾਂ ਅੱਗੇ ਵਧੀਏ। ਇਹ ਪੈਸੇ ਇਹ ਕਿਹਦੇ ਤੋਂ ਆਉਂਦੇ? ਇਹ ਵਪਾਰੀ ਤੋਂ ਆਉਂਦੇ। ਮਿਡਲਮੈਨ ਇਹਨਾਂ ਨੇ ਉਹ ਮਿਡਲਮੈਨ ਬਾਅਦ ਹੀ ਗੱਲ। ਇਹ ਪੈਸੇ ਟੈਕਸ ਕੌਣ ਦਿੰਦਾ? ਇਹ ਵਪਾਰੀ ਦਿੰਦਾ, ਇਹ ਕਰਮਚਾਰੀ ਦਿੰਦਾ, ਇਹ ਕਿਸਾਨ ਦਿੰਦਾ। ਸਮਝਦੇ ਹੋ? ਹਰ ਬੰਦੇ ਨੂੰ ਟੈਕਸ ਪੈਂਦਾ। ਭਿਖਾਰੀ ਤੇ ਟੈਕਸ ਹੈ ਤੇ ਹਰੇਕ ਬੰਦੇ ਦੇ ਟੈਕਸ ਹੈ ਕਿ ਨਹੀਂ ਹੈ? ਹਰ ਇਨਸਾਨ ਦੇ ਹਿੰਦੁਸਤਾਨ ਦੇ 24,000 ਰੁਪਏ ਕਰਜ਼ਾ ਇੱਕ ਬੰਦੇ ਦੇ ਉੱਤੇ 25,000 ਹੈ। ਜਦੋਂ ਜਵਾਕ ਜੰਮਦਾ ਉਹਦੇ 25,000 ਰੁਪਇਆ ਕਰਜ਼ਾ ਹੈ। ਤੇ ਸਰਕਾਰ ਨੇ ਆ ਕੇ ਲਿਆਣਾ, ਸਰਕਾਰ ਨੇ ਮੁੱਢਣੀ ਕੋਈ ਥੱਲੇ ਉਡਾ ਕੇ ਮੁੱਢਣੀ। ਇਸ ਕਰਕੇ ਇਸ ਗੱਲ ਨੂੰ ਪਹਿਲਾਂ ਤਾਂ ਇਹ ਸਮਝ ਲਓ ਵੀ ਜਮਹੂਰੀਅਤ ਦੇ ਵਿੱਚ ਆਪਾਂ ਭੇਡਾਂ ਨਹੀਂ ਮੰਨਣਾ। ਉਹ ਦੇਖਿਆ ਨਾ ਜਦੋਂ ਚੀਤਾ ਭੇਡਾਂ ਦੇ ਬਾਰੇ 'ਚ ਵੜਦਾ ਉਸ 100 ਭੇਡਾਂ ਉਹਨਾਂ ਸਾਰੀਆਂ ਨੂੰ ਮਾਰਦਾ ਉਹ ਖੜੀਆਂ ਦੇਖੀ ਜਾਂਦੀਆਂ। ਜੇ ਉਹਨਾਂ ਚੋਂ 30 ਵੀ ਇਕੱਠੀਆਂ ਹੋ ਕੇ ਡੁੱਕ ਮਾਰਨਾ ਤੇ ਉਹ ਚੀਤਾ ਚੁਤਾ ਐ ਜਾਵੇ ਥੱਲੇ ਪਾ। ਅਗੇ ਜੀ ਮੈਂ ਕੀ ਲੈਣਾ? ਮੈਂ ਤੇ ਪੋਲੀਟੀਕਲ ਨਹੀਂ। ਜਿਹੜਾ ਬੰਦਾ ਇਸ ਸਿਚੁਏਸ਼ਨ 'ਚ ਇਸ ਮਾਹੌਲ ਦੇ ਵਿੱਚ ਪੋਲੀਟੀਕਲ ਨਹੀਂ ਉਹ ਭੇਡ ਹੈ। ਕਿਉਂਕਿ ਤੁਹਾਨੂੰ ਪੋਲੀਟੀਕਲ ਹੋਣਾ ਪੈਣਾ। ਜੇ ਆਪਦੇ ਹੱਕਾਂ ਲਈ ਤੁਸੀਂ ਲੜਨਾ ਤੁਹਾਨੂੰ ਬਾਜੀ ਪੋਲੀਟੀਕਲ ਹੋਣਾ ਪੈਣਾ।
ਉਹਨੂੰ ਆ ਕੇ ਅੱਗੇ ਖਾਣਾ ਪੈਣਾ ਅਗੇ ਜੀ ਉਹ ਫਲਾਣੇ ਦੇ ਘਰ ਅੱਗ ਲੱਗੀ ਹੈ ਮੈਂ ਕੀ ਲੈਣਾ। ਇਹ ਅੱਜ ਜਿਹੜਾ ਝੰਡਾ ਚੁੱਕਿਆ ਨਾ ਕਿਸਾਨ ਨੇ ਇਹਦੇ ਚ ਤੁਸੀਂ ਵਿੱਚ ਹੋ। ਮੈਂ ਤੁਹਾਨੂੰ ਫੇਰ ਕਹਿ ਰਿਹਾ ਸਾਰੇ ਲੜ ਰਹੇ ਆਪਾਂ। ਦੇਸ਼ ਦੇ ਆ ਗਿਆ ਪਿੰਡੀ ਵਾਲਾ ਆ ਗਿਆ ਅੱਜ ਮੈਂ ਗਿਆਨੀ ਦੀ ਬਹੁਤ ਵਧੀਆ ਸੁਣਿਆ ਮੈਂ ਬਹੁਤ ਅੱਜ ਗਿਆਨੀ ਦੀ ਚਾਹ ਦੀ ਤਾਕਤ ਦੇਖਣਾ ਆਉਂਦੇ ਸੀ। ਵੇਟ ਹੁੰਦਾ ਹਜੇ ਤੱਕ ਤੇਰੇ ਅੰਦਰ ਗਈ ਨਹੀਂ ਨਾ। ਗਿਆਨੀ ਦੀ ਚਾਹ ਦੀ ਤਾਕਤ ਦੇਖਣੀ ਥੋੜਾ ਦੁੱਧ ਜਿਆਦਾ ਪ੍ਰੋਪਰ ਚਾ ਹਾਂ ਬੋਬੀ ਵਾਲੀ। ਮੈਂ ਕਿਹਾ ਸਰਕਾਰਾਂ ਦੇ ਕਰਜ਼ੇ ਤਾਂ ਹੈ ਹੀ ਜਿਹੜਾ ਆਪਣੇ ਸਾਰਿਆਂ ਦੇ ਹੈ। ਜਿਸ ਕਰਜ਼ੇ ਨੂੰ ਇਨਸਾਨ ਜ਼ਿਆਦਾ ਨਜ਼ਦੀਕੀ ਨਾਲ ਸਮਝਦਾ ਉਹ ਹੈ ਬੈਂਕ ਦਾ ਕਰਜ਼ਾ। ਸਮਝਦੇ ਹੋ ਸਾਰੇ ਬੈਂਕ ਦਾ ਕਰਜ਼ਾ ਜਿਹੜਾ ਹਰ ਵਪਾਰੀ ਲੈਂਦਾ ਹੈ ਗੱਲ ਹੈ ਨਾ ਡਾਇਰੈਕਟ ਪੈਂਦਾ ਜਿਹਦੇ ਦਾ ਨਾਮ ਲਿਖਿਆ ਹੁੰਦਾ ਇਹ ਸਾਡੇ ਉੱਤੇ ਹੈ। ਹੁਣ ਇਹ ਜਦੋਂ ਸਰਕਾਰ ਆਈ ਇਹਨੇ ਆਪਣੇ ਆਉਣ ਦੇ 2 ਮਹੀਨੇ ਦੇ ਅੰਦਰ ਹੀ ਜੁਲਾਈ 2014 ਚ ਇੱਕ ਸਕੀਮ ਲਿਆਂਦੀ 525 ਸਕੀਮ 525 ਸਕੀਮ। ਇਹ ਸਕੀਮ ਸੁਣ ਲੈ ਬੇਟਾ 525 ਸਕੀਮ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਵੀ ਜਿਹਦਾ ਕਰਜ਼ਾ 5 ਸਾਲ ਚ ਮੋੜਨਾ ਜਿਹਨੇ ਉਹ ਹੁਣ 5 ਸਾਲ ਚ ਨਹੀਂ ਮੋੜੂਗਾ 25 ਸਾਲ ਚ। ਲੰਬਿਆਂ ਨੂੰ ਬਚੇਗਾ ਕੀ ਸਕੀਮ ਹੈ ਨਾ ਇਹ ਕਿੰਨੀ ਨਹੀਂ ਕਰੇ ਇਹ ਸੁਣ ਇਹ ਜਵਾਬ ਦੇ ਔਲਾਦ ਇਹ ਕੀ ਕਹਿੰਦਾ ਤੁਸੀਂ ਦੇਖੀ ਇਹ ਕਹਿੰਦਾ ਸਾਨੂੰ ਤਾਂ ਦਿਖੀ ਨਹੀਂ ਕਿਉਂ ਦਿਖੀ ਨਹੀਂ ਮੈਂ ਦੱਸ। ਇਹ 525 ਸਕੀਮ ਕਾਗਜ਼ਾਂ ਤੇ ਬੜੀ ਵਧੀਆ ਲੱਗਦੀ ਕਿੰਨੀ ਸੋਹਣੀ ਲੱਗਦੀ ਹੈ ਵੀ 5 ਸਾਲ ਦਾ ਜਿਹਦਾ ਕਰਜ਼ਾ ਹੈ ਅਸੀਂ ਉਹਨੂੰ ਰਾਹਤ ਦੇਵਾਂਗੇ ਇਹਨੂੰ 25 ਸਾਲ ਚ ਮੋੜੇ ਉਹ ਜੀ ਦੂਜੀ EMI ਕੰਮ ਹੋ ਜਾਏਗੀ ਉਹਦੇ ਚ ਜਿਹੜਾ ਪਰਦਾ ਚੁੱਕਣਾ ਹੁਣ ਆਪਾਂ ਇਹ ਜਿਹੜਾ ਮਿੱਠਾ ਜਿਹਾ ਗੁੜ ਦੇ ਕੇ ਮਾਰਨਾ ਹੈ ਓਕੇ ਕੀ ਹੈ ਥੱਲੇ ਜਿਵੇਂ ਉਹ ਟੈਂਡਰਾਂ ਦੇ ਵਿੱਚ ਘਪਲੇ ਨਹੀਂ ਕਰਦੇ ਆਹੀ ਕੰਪਨੀ ਨੂੰ ਦੇਣਾ ਹੈ ਅਸੀਂ ਆਹੀ ਕੰਪਨੀ ਨੂੰ ਦੇਣਾ ਹੈ ਇਹੀ ਸਪੈਸੀਫਿਕੇਸ਼ਨ ਬਣਾ ਦਿਓ। ਆਹੀ ਸਪੈਸੀਫਿਕੇਸ਼ਨ ਬਣਾ ਦਿਓ ਟੈਂਡਰਾਂ 'ਚ ਭਰਦੇ ਉਹਦਾ ਥੱਲੇ ਇੱਕ ਮਿੱਠੀ ਜਿਹੀ ਲਾਈਨ ਲਿਖਦੀ ਵੀ ਇਹ ਜਿਹੜੀ ਚੀਜ਼ ਹੈ 525 ਇਹ ਸਿਰਫ 500 ਕਰੋੜ ਤੋਂ ਉੱਤੇ ਵਾਲੀ ਕੰਪਨੀ ਨੂੰ ਮਿਲਦੀ ਹੈ। ਫੜ ਲਓ ਤੂੰ ਦੇਖੋ ਉਹਦੀ ਲੋੜ ਕਿਹਨੂੰ ਹੈ? ਤੈਨੂੰ ਲੋੜ ਹੈ ਛੋਟੇ ਭਾਈ ਦਿਖੀ ਨਾ ਮਾਜੀ ਤੁਹਾਨੂੰ ਲੋੜ ਆ ਹੈ ਸਕੀਮ ਹੈ ਦਿਖੀ ਨਾ ਹੈ ਕੀ ਹੈ ਸਕੀਮ ਤਾਂ ਹੀ ਸਾਨੂੰ ਦਿਖੀ ਨਹੀਂ। ਸਕੀਮ ਤਾਈਓ ਤੁਹਾਨੂੰ ਦਿਖੀ ਨਹੀਂ ਅਲੋਪ ਹੋ ਗਈ ਸਕੀਮ। ਗੱਲ ਨੂੰ ਸਮਝ ਲਓ ਕਹਿੰਦੀ ਨੁੱਕਰ ਪੈ ਰਿਹਾ ਬਿਲਕੁਲ ਸੁਣਿਆ ਕੋਈ ਨਹੀਂ ਕਹਿੰਦਾ ਬਿਲਕੁਲ ਮੈਨੂੰ ਪਿਆਰ ਮੋਗਾ ਤਾਂ ਮੈਂ ਤੁਹਾਡੇ ਬ੍ਰਦਰ ਨੇ ਕਹਿੰਦਾ ਬਿਲਕੁਲ ਆ ਜਿਹੜਾ ਗੱਲ ਸਮਝਿਆ ਇਸੇ ਕਰਕੇ ਮੈਂ ਗਿਆਨੀ ਦੀ ਚਾਹ ਦੁਕਾਨ ਛੱਡ ਨਹੀਂ ਸਕਦਾ। ਮੈਨੂੰ ਬੜਾ ਮੁੰਡੇ ਨੇ ਕਿਹਾ ਤਾਂ ਆਪਾਂ ਨਾਵਲਟੀ ਕਰ ਮੈਂ ਕਿਹਾ ਯਾਰ ਨਾਵਲਟੀ ਵੀ ਮੇਰੀ ਹੋਇਆ ਪਰ ਗਿਆਨੀ ਦੀ ਚਾਹ ਦੇ ਅੰਦਰ ਕੋਈ ਗੱਲ ਹੀ ਕੁਝ ਹੋ ਗਿਆ ਸਰੂਰ ਹੀ ਕੁਝ ਹੋ ਗਿਆ। ਥੱਲੇ ਕਹਿ ਦਿੱਤਾ ਕਿ ਜੋ ਗੱਲ ਠੀਕ ਹੀ ਹੈ ਹੁਣ ਤੂੰ ਕੱਲ 4 ਪੈਸੇ ਕਮਾਏਗਾ ਤਾਂ ਹੀ ਮੈਂ ਆਊਂ ਬੜੀ ਕਿਰਪਾ ਹੈ। ਜਿਹੜੇ ਲੋਕਾਂ ਨੂੰ ਇਹ 525 ਸਕੀਮ ਤੋਂ ਫਾਇਦਾ ਹੋਇਆ ਉਹ ਲੋਕ ਕੌਣ ਨੇ? ਅਦਾਨੀ ਗਰੁੱਪ ਨੂੰ ਸਿੱਧਾ ਤੌਰ ਤੇ ਜਦੋਂ ਇਹ ਸਕੀਮ ਆਈ 15,000 ਕਰੋੜ ਦਾ ਇਹਨੇ ਆਪਣਾ ਰੀਫਾਈਨਾਂਸ ਕਰਾਇਆ। ਰੀਫਾਈਨਾਂਸ ਦੇ ਰਿਸਟਰਕਚਰ ਕਰਾਇਆ ਆਪਣਾ ਲੋਨ ਅਦਾਨੀ ਪਾਵਰ ਮਹਾਰਾਸ਼ਟਰ ਨੇ ਤੇ ਅਦਾਨੀ ਪਾਵਰ ਰਾਜਸਥਾਨ ਨੇ। ਵੇਖੋ ਇਹਦਾ ਫਾਇਦਾ ਕਿਸੇ ਗਰੀਬ ਨੂੰ ਨਹੀਂ ਕਿਸੇ ਕਿਸਾਨ ਨੂੰ ਨਹੀਂ ਕਿਸੇ ਕਰਮਚਾਰੀ ਨੂੰ ਨਹੀਂ ਕਿਸੇ ਛੋਟੇ ਵਪਾਰੀ ਨੂੰ ਨਹੀਂ। ਭਾਈ ਵਪਾਰੀਆਂ ਜੀ ਵੀ ਬੈਠਾ ਮੈਂ ਠੀਕ ਹੈ ਨਹੀਂ ਜੇ ਤੁਸੀਂ ਵਪਾਰ ਹੈ ਕੋਈ ਤੁਹਾਡੇ ਆਪਾਂ ਮੈਂ ਸਮਝ ਗਿਆ ਬੱਚਾ। ਤੁਸੀਂ ਇਹ ਦੇਖੋ ਉਹਦਾ ਫਾਇਦਾ ਕੌਣ ਲੈਂਦਾ? ਛੋਟਾ ਕਹਿ ਰਹੇ ਜਿਵੇਂ ਉਹਦਾ ਫਾਇਦਾ ਇਹੀ ਬੰਦੇ ਲੈ ਰਹੇ 5-6 ਬੰਦੇ ਇਹ 15,000 ਕਰੋੜ ਰੁਪਈਆ 525 ਦੇ ਵਿੱਚ ਅਡਾਨੀ ਨੇ ਰਾਜਸਥਾਨ ਤੇ ਮਹਾਰਾਸ਼ਟਰ ਤੋਂ ਪਾਵਰ ਦਾ ਮਾਫ ਕਰਾਇਆ ਵੀ 25 ਸਾਲ ਚ ਮੋੜੂਗਾ। ਵੱਡੇ ਅੰਬਾਨੀ ਨੇ ਕਰਾਇਆ ਛੋਟਾ ਅੰਬਾਨੀ ਬੈਂਕਰਪਟ ਹੋਇਆ ਪਹਿਲੀ ਉਹਨੇ ਕਰਾਇਆ 30 ਸਾਲ ਵਰਗੀਆਂ ਕੰਪਨੀਆਂ ਨੇ ਕਰਾਇਆ। ਚਾਹੇ ਮੈਨੂੰ ਇਹ ਜੁਮਾ ਦੇ ਦਿਓ ਕਿ ਕਿਸੇ ਕਿਸਾਨ ਨੇ ਕਰਾਇਆ 8 ਲੱਖ ਕਰੋੜ ਰੁਪਏ ਮਾਫ ਕੀਤੇ ਕਿਸੇ ਕਿਸਾਨ ਦਾ ਕਿਸੇ ਛੋਟੇ ਵਪਾਰੀ ਦਾ 25 ਮਾਫ ਕੀਤੀ ਹੈ। ਤੁਹਾਨੂੰ ਪਤਾ ਨਹੀਂ ਨਾ ਕੁਝ ਇਸੇ ਕਰਕੇ ਕਹਿੰਦਾ ਇਹ ਜਿਹੜਾ ਗੇਟ ਖੁੱਲ ਗਿਆ ਤਾਂ ਫਿਰ ਕੀ ਹੋ ਜਾਏਗਾ? ਉੱਡ ਜਾਏਗਾ ਪਰਦਾ ਉੱਡ ਜਾਏਗਾ। ਜਿਹੜੇ ਤੁਹਾਡੇ ਵੀ ਜਿਹੜੇ ਇਹ ਪੈਸੇ ਨੇ ਜਿਹੜੇ ਬੈਂਕਾਂ ਤੋਂ ਲੈ ਰਹੇ ਨੇ ਰੀਫਾਈਨਾਂਸ ਕਰਾ ਰਹੇ ਨੇ ਰੀਸਟਰਕਚਰ ਕਰਾ ਰਹੇ ਨੇ ਕਿ 25 ਸਾਲ ਜਮਾ ਗਏ ਇਹ ਕਿਹਦੇ ਪੈਸੇ ਨੇ? ਇਹ ਸਰਕਾਰੀ ਬੈਂਕਾਂ 'ਚ ਕੋਈ ਇਹ ਆਮ ਬੰਦੇ ਦੇ ਸੇਵਿੰਗਸ ਆਰਡੀਆਂ ਐਫਡੀਆਂ ਦੇ ਪੈਸੇ ਨੇ। ਇਹ ਤੁਹਾਡੇ ਪੈਸੇ ਮਿੱਤਰਾ ਸੇਵਿੰਗ ਜਦੋਂ ਰਿਸੈਸ਼ਨ ਆਇਆ ਸੀਗਾ ਉਦੋਂ ਵੀ ਹਿੰਦੁਸਤਾਨ ਦੀ ਇਕਨੋਮੀ ਡਿੱਗੀ ਨਹੀਂ ਕਿਉਂਕਿ ਤੁਹਾਡੇ ਲੋਕਾਂ ਦੇ ਛੋਟੇ ਛੋਟੇ ਪੈਸੇ ਬੈਂਕਾਂ 'ਚ ਪੈਸੇ ਆਰਬੀਆਈ ਨੂੰ ਸਮਝਣਾ ਪਿੱਛੇ ਰਿਜ਼ਰਵ ਫੰਡ ਦੇ ਪੈਸੇ ਉਹਦੇ ਪਿੱਛੇ ਫਿਰ ਇਹਨਾਂ ਦਾ ਰਿਜ਼ਰਵ ਬੈਂਕ ਵੀ ਮਾਰ ਲਿਆ। ਰਿਜ਼ਰਵ ਬੈਂਕ ਦੇ 1,70,000 ਕਰੋੜ ਰੁਪਏ ਲੈ ਕੇ ਤੇ ਦੇਖੋ ਕਿੰਨੇ ਸਿਆਣੇ ਨੇ ਬਜ਼ੁਰਗ ਕਿੰਨੇ ਸਿਆਣੇ ਨੇ ਪਤਾ ਬੇਟਾ ਇਹ ਜਿਹੜਾ ਬੈਂਕਾਂ ਵਾਲਾ ਪੈਸਾ ਵੀ ਸੀ ਜਿਹੜਾ ਜਿਵੇਂ ਕਹਿ ਰਿਹਾ ਇਹ ਵੀ ਤੁਹਾਡਾ ਹੀ ਹੈ। ਰਿਜ਼ਰਵ ਫੰਡ ਤੇ ਵੀ ਇਸ ਗੱਲ ਨੂੰ ਸਮਝੋ ਕਿ ਤੁਹਾਡਾ ਸੇਵਿੰਗ ਦਾ ਤੁਹਾਡਾ ਪੈਸਾ ਇਹ
ਪੂੰਜੀਪਤੀਆਂ ਨੂੰ ਲੁਟਾਦਾ 18 ਲੱਖ ਕਰੋੜ ਰੁਪਇਆ। ਰਾਮੋਹਨ ਨੂੰ 2 ਲੱਖ ਸੀ। 18 ਲੱਖ ਕਰੋੜ ਰੁਪਇਆ नीरव मोदी, अंबानी, माल्या, शाल्या ले गए। सारे सर गुजरात एक बात पूछूं सर ये आप कैसे बोल सकते हैं कि 5% जो इंटरेस्ट सेविंग जैसे एफडी कराते हैं पहले 9% था, तो मतलब वहाँ से भी कुछ स्क्रैप हुआ? जो सरकारी बैंक में आपका पैसा है ये लोन वहीं से दे रहे हैं। आपकी जो सेविंग्स ये बैंक आपने बैंक में जमा कराया बेटा, कराया ना? मैं ऐसे करके थे थोड़ी ना भी तुम्हें समझावा। आपने जमा कराया ना, तो क्या मैं तुझे समझाऊंगा ना तो सारे हिंदुस्तान में जाएगी बात, पंजाब में तो पक्की जाएगी। मेरा दिल जो है पंजाब के साथ धड़कता है। पंजाब तगड़ा होगा तो हिंदुस्तान अपने आप तगड़ा होगा। पैसा तुमने जमा कराया बैंक में एट द इंटरेस्ट ऑफ 5%। एट द इंटरेस्ट ऑफ 5%। तुमने ये देखा कि तुम्हारा पैसा आगे किसको दिया? तुम्हारा पैसा उठा के अंबानी को दे दिया, नीरव मोदी को दे दिया। वो भागा डेवोस में, किसके पास गया? ਇਹ ਗੇਮ ਨੂੰ ਹੋਰ ਸਿੰਪਲ ਕਰਨ ਵਾਸਤੇ Simple ਕਰ। ਹੁਣ ਇੱਕ ਨਵੀਂ ਚੀਜ਼ ਆ ਰਹੀ ਹੈ। ਪਹਿਲਾਂ ਤਾਂ ਸਰਕਾਰੀ ਬੈਂਕ ਸੀ, ਪ੍ਰਾਈਵੇਟ ਬੈਂਕ ਸੀ। हाँ जी, ਹੁਣ म्यूचुअल फंड भी आ गए। ਨਾ 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 ਹੁਣ ਕਾਰਪੋਰੇਟ ਬੈਂਕ ਆ ਗਿਆ, ਹੁਣ ਇਹਨਾਂ ਨੇ ਅੰਬਾਨੀ ਦਾ ਬੈਂਕ। ਹੁਣ ਅਦਾਨੀ ਤੇ ਅੰਬਾਨੀ ਜਿੰਨੇ ਕਾਰਪੋਰੇਟ ਹਾਊਸ ਨੇ ਜਿਨ੍ਹਾਂ ਦਾ ਐਨਪੀ ਹੈ ਨਾਨ ਪਰਫਾਰਮਿੰਗ ਅਸੈਟ ਹੈ, ਥੋੜੇ ਲੋਨ ਲੈਂਦੇ ਨੇ ਜੋ ਵਾਪਸ ਨਹੀਂ ਦੇ ਪਾਉਂਦੇ, ਉਹ ਇੱਕ ਬਹੁਤ ਵੱਡੀ ਮੁਸ਼ਕਲ ਦੀ ਦੇਸ਼ ਅੰਦਰ ਕਿ ਆਪਾਂ ਐਨਪੀਏ ਦਾ ਹੱਲ ਨਹੀਂ ਕਰ ਪਾ ਰਹੇ। ਹੁਣ ਇਹਨਾਂ ਨੇ ਉਹਦਾ ਹੱਲ ਦਾ ਕੀ ਕਰਨਾ ਸੀ? ਇਹਨਾਂ ਨੇ ਬੋਲਿਆ ਕਿ ਜਿਹੜੀ ਕਾਰਪੋਰੇਟ ਕੰਪਨੀਆਂ ਨੇ, ਜਿਹੜੇ ਕਾਰਪੋਰੇਟ ਹਾਊਸਸ ਨੇ ਵੱਡੇ ਵੱਡੇ ਅਦਾਨੀ ਉਹ ਆਪਣੇ ਬੈਂਕ ਹੋ ਸਕਦੇ, ਆਰਬੀਆਈ ਨੇ ਅਲਾਉ ਕਰਤਾ। ਸਰਦਾਰ ਮਨਮੋਹਨ ਸਿੰਘ ਨੇ ਨਹੀਂ ਖੋਲਣ ਦਿੱਤਾ ਸੀ ਬੇਟਾ, ਮੈਂ ਤੁਹਾਨੂੰ ਦੱਸਣ ਲੱਗਿਆ। ਸਰਦਾਰ ਮਨਮੋਹਨ ਸਿੰਘ ਨੇ ਖੋਲਣ ਨਹੀਂ ਦਿੱਤਾ। ਉਹਨੇ ਕਿਹਾ ਜੇ ਬੈਂਕ ਇਹ ਜੇ ਕਾਰਪੋਰੇਟ ਖੋਲਦੇ ਤੇ ਉਹ ਬੈਂਕ ਵਾਲਾ ਆਪਦੇ ਆਪ ਨੂੰ ਦੇਈ ਜਾਊਗਾ ਲੋਨ। हाँ सही गल है। ਉਹੀ ਹੋਣ ਲੱਗਿਆ। ਉਹੀ ਹੋਣ ਲੱਗਿਆ। ਜਮਾ ਕਰਾਣਗੇ, ਤੁਸੀਂ ਸੇਵਿੰਗ ਅਕਾਊਂਟ ਖੋਲੋਗੇ, ਐਫਡੀਆਂ ਖੋਲੋਗੇ, ਆਰਡੀ ਅਸੀਂ ਖੋਲੋਗੇ। 16% थे और 8% थे। ਇੱਥੇ ਲੱਗ ਹੁਣ ਸਮਝ ਗਏ ਨਾ? ਮੈਂ ਸਮਝਾਦਾ ਕਿ ਨਹੀਂ ਸਮਝਾਦਾ ਮਿੱਤਰਾ? ਤੇ ਤੁਹਾਡੇ ਪੈਸੇ ਨੂੰ ਆਪਦੀ ਕੰਪਨੀ ਨੂੰ ਲੋਨ ਦੇ ਕੇ ਭਾਵੇਂ ਐਮਪੀ ਬੰਦਾ ਰਜਿਸਟਰ ਕਰ ਦੇਣਗੇ, ਰਜਿਸਟ੍ਰੇਸ਼ਨ ਕਰ ਦੇਣਗੇ। ਕਾਰਪੋਰੇਟਾਂ ਨੂੰ ਬੈਂਕ ਖੋਲਣਾ ਜਿਨ੍ਹਾਂ ਦੇ ਆਪਦੇ ਲੱਖਾਂ ਕਰੋੜ ਦੇ ਐਮਪੀ ਨੇ, ਇਹ ਕਿਹੜੀ ਮੈਂ ਕਿਹਾ ਹੱਲ ਦੇਖੋ, ਹੱਲ ਤੁਸੀਂ ਹੋ। ਹਾਲ ਤੁਸੀਂ ਜੇ ਤੇ ਆਪਾਂ ਭੇਡਾਂ ਬਣੇ ਰਹਾਂਗੇ ਤੇ ਭੇੜੀਆਂ ਖਾ ਜੂ, ਤੇ ਜੇ ਡੋਕਾਂ ਮਾਰੀਆਂ 4 ਤੇ ਲੱਭਣਾ ਨਹੀਂ। ਹੁਣ ਤੁਸੀਂ ਦੇਖੋ ਕਿਸਾਨ ਦੀ ਤਾਕਤ ਕੀ ਹੈ, ਯੂਨੀਅਨਾਂ ਇਕੱਠੀਆਂ ਨੇ। ਤੇ ਜੇ ਵਪਾਰੀ ਵੀ ਨਾਲ ਖੜਾ ਹੋ ਗਿਆ ਤੇ ਹਿੰਦੁਸਤਾਨ ਖੜਾ ਹੋ ਗਿਆ। ਫਿਰ ਛੋਟਾ ਵਪਾਰੀ ਉਹਨੂੰ ਕਿੱਥੇ ਕੀ ਦਿੱਤਾ ਹੈ ਮੈਨੂੰ ਦੱਸ ਤਾਂ ਸਹੀ। ਉੱਥੇ ਵੀ ਆਉਣਾ ਮੈਂ ਉਹਦੇ ਤੇ ਵੀ ਆਉਂ ਭਾਜੀ। ਤੁਹਾਡੀ GST ਜਿਹੜੀ ਦੁਖਦੀ ਲੱਗ ਨਾ, ਮੈਂ ਉਹਨੂੰ ਵੀ ਫੜੂੰਗਾ, ਐ ਸੁਣੂਗਾ। ਦੇਖੋ ਤੁਸੀਂ ਕਹਿ ਦਵਾਂ, ਕਿਉਂਕਿ ਇਹਨਾਂ ਦੇ ਤਾਂ ਜਿਹੜੇ ਇਲਾਜ ਨੇ ਉਹ ਰੋਗ ਨਾਲੋਂ ਜ਼ਿਆਦਾ ਖਤਰਨਾਕ ਨੇ। ਮੇਰੀ ਗੱਲ ਨੂੰ ਸਮਝਦੇ ਹੋ? ਹੁਣ ਆਪਾਂ ਅੱਗੇ ਆਈਏ, ਹੋਰ ਆਪਾਂ ਟੈਕਸ ਕਿਹੜੇ ਦਿੰਦੇ? ਬੇਸਿਕਲੀ ਨਾ ਨਾ ਮੈਂ ਕਿਹਾ ਦੇਖੋ ਜੀ, ਆਪਾਂ ਇਕਨੋਮੀ ਸਮਝਣੀ ਹੈ, ਕਿ ਆਪਾਂ ਇੱਕ ਦੂਜੀ ਗੇਮ ਸਮਝਣੀ ਹੈ ਕਿ ਕਿਸ ਤਰ੍ਹਾਂ ਵਪਾਰੀ, ਕਿਸਾਨ, ਮਜ਼ਦੂਰ ਦੂਜੀ ਗੇਮ ਨਾ ਕਹੇ षड्यंत्र। ਨੂੰ ਸਮਝਣਾ षड्यंत्र ਉਹ ਛਕੜੀ ਮਾਮੇ ਵਾਲਾ षड्यंत्र ਹੀ ਹੈ। ਉਦਾਂ ਹੀ ਕਿ 3-4 ਲੋਕਾਂ ਨੂੰ ਫਾਇਦਾ ਕੀਤਾ ਜਾ ਰਿਹਾ ਹੈ। ਤੇ ਪਹਿਲੀ ਗੱਲ ਤਾਂ ਆਪਾਂ ਕਰਜ਼ ਨੂੰ ਸਮਝੀਏ ਜੋ ਆਪਾਂ ਡਿਸਕਸ ਕਰ ਰਹੇ ਹਾਂ। ਦੂਸਰੀ ਗੱਲ ਕੀ ਹੈ ਟੈਕਸ ਦੀ, ਕਿ ਆਪਾਂ ਟੈਕਸ ਕਿਵੇਂ ਦਿੰਦੇ ਹਾਂ, ਉਸ ਟੈਕਸ ਨਾਲ ਕੀ ਹੁੰਦਾ ਹੈ ਤੇ ਉਹ ਟੈਕਸ ਕਿਵੇਂ ਦਿੰਦੇ ਤੁਸੀਂ ਵਪਾਰ ਕਰਦੇ ਹੋ ਕਿ ਤੁਹਾਨੂੰ GST ਆਉਣ ਤੋਂ ਬਾਅਦ ਕੋਈ ਮੁਸ਼ਕਲਾਂ ਆ ਰਹੀਆਂ ਜਾਂ GST ਨਹੀਂ ਕਰਨਾ? ਕੀ ਮੁਸ਼ਕਲ ਆ ਰਹੀ ਹੈ? GST ਕੌਣ ਦਿੰਦਾ ਹੈ? रोज ही देख रहा मैं। GST से सब तो पहला ना मुश्किल पता की है, ਜੀ ये मतलब सीए का खर्चा हो गया बहुत ज्यादा। 1000 रुपये महीना रानी ठीक है, इतना बचता नहीं। 28 तो वैट ही 14%, 28% से 1% तो मतलब जाना ही जाना है पक्का पक्का। मतलब ਤੁਹਾਨੂੰ ਵਕੀਲ ਕਰਨੇ ਪੈ ਗਏ। ਜੈਪੁਰ ਦੀ ਭੂਲ ਭੁਲਈਆਂ ਸੀ ਨਾ, ਟਮਾਟਰ ਜ਼ਿਆਦਾ ਹੀ ਨਿਕਲਦਾ ਨਹੀਂ। ਭੂਲ ਭੁਲਈਆਂ ਮੈਂ ਭੰਬਲ ਪੂਸਾ ਪੰਜਾਬੀਆਂ ਮੈਂ ਭੰਬਲ ਪੂਸਾ ਮਾਰਦਾ। ਮੈਂ ਦੇਸੀ ਜੱਟਾ ਮੈਂ ਪਤਾ ਨਾ ਭੰਬਲ ਪੂਸਾ ਪਾਤਾ ਹਰੇਕ ਨਾਲ ਗੱਲ ਕਰਨੀ। ਮੈਂ ਇਦਾਂ ਹੀ ਬੈਠਦਾ ਹੁੰਦਾ ਧੂਰੀ ਬਾਜ਼ਾਰ ਆਪਣੇ ਭਰਾ ਨੂੰ ਤਾਏ ਨੂੰ, ਇਦਾਂ ਹੀ ਥੋੜਿਆਂ ਨਾਲ ਜਿੱਦਾਂ ਗੱਲਾਂ ਕਰ ਰਹੇ ਹੋ ਗੱਲਾਂ ਕਰ ਰਹੇ। ਇਹਨਾਂ ਭੰਬਲ ਪੂਸੇ ਨੂੰ ਪਾ। ਅੱਛਾ ਜਿਹੜਾ ਛੋਟਾ ਵਪਾਰੀ ਹੈ ਉਹਨੇ ਇੱਥੇ ਹੀ ਵਪਾਰ ਕਰਦਾ ਨਾ, ਉਹਨੇ ਬਾਹਰ ਥੋੜਾ ਲੈ ਜਾਣਾ। ਉਹਨੂੰ ਬਾਹਰਲੇ ਵਪਾਰੀ ਜਿਹੜੇ ਬਾਹਰ ਟ੍ਰੇਡ ਕਰਦੇ ਆ ਉਹਦੇ ਨਾਲ ਖੜਾ ਕਰਦਾ ਕਿ ਨਹੀਂ ਕਰਦਾ? बिल्कुल जी बिल्कुल। इंटरस्टेट ट्रेड शुरू हो गया है और ट्रेडिंग शुरू हो गई है। आप जो यहाँ 5 रुपए का चीज है वहाँ से 4 रुपए माल काट के ले सकते हैं। जितना माल कटवाना कटवाओ बाहर से, दिल्ली से। क्या बात है, देखा समझ रहे बेटा? वैट में इंटरेस्ट रेट नहीं था, GST में जब 28% हो गया। आई एम फ्रॉम अ टायर ट्रेड, ठीक है। तो आप पहले देखते फार्मर्स का ना एक ट्रैक्टर टायर का 5% का GST था, तो वैट था जब मैं ट्रेड में था आप ट्रैक्टर वगैरह का हो गया 18, ठीक है। 18 हो गया, ऑल ओवर इंडिया 18 हो गया। हरियाणा च वो टैक्स जीरो वैट जीरो सीगा, ਤਾਂ ਫਾਰਮਰ ਨੂੰ ਮਤਲਬ ਪੂਰਾ ਰਿਬੇਟ ਮਿਲਦਾ ਸੀ। ਮੈਂ ਕਹਿੰਦਾ ਉੱਥੇ ਤੂੰ ਆਉਂਦਾ ਨਾ ਫਾਰਮਰ ਤੇ, ਮੈਂ ਕਹਿੰਦਾ ਸਟੇਟ ਨੂੰ
स्टेट ਕਮਿਟਮੈਂਟ ਹੈ, ਇਹ ਕਨਸਟੀਟਿਊਸ਼ਨਲ ਕਮਿਟਮੈਂਟ ਹੈ ਸਰਕਾਰ ਦੀ। ਕੀ ਕਮਿਟਮੈਂਟ ਹੈ ਮੈਂ ਦੱਸਦਾ ਕਿ ਪਹਿਲੇ 5 ਸਾਲ ਜਦੋਂ ਤੁਹਾਨੂੰ GST ਲਵਾਂਗੇ ਉਹਨੂੰ 14% ਵਾਧਾ ਦੇਵਾਂਗੇ ਹਰ ਸਾਲ, ਘਾਟਾ ਪਵੇ ਵਾਧਾ ਪਵੇ ਜੋ ਮਰਜ਼ੀ 14% ਵਾਧਾ ਬੇਟਾ, ਚਾਹੇ ਉਹ ਰੂਰਲ ਡਿਵੈਲਪਮੈਂਟ ਵਾਲੀ ਹੋਵੇ, ਚਾਹੇ ਮੇਰਾ ਜਿਹੜਾ ਪਹਿਲਾ ਮਹਿਕਮਾ ਮੇਰੇ ਕੋਲ ਹੁੰਦਾ ਸੀਗਾ, ਚਾਹੇ ਅਰਬਨ ਡਿਵੈਲਪਮੈਂਟ ਜਿਹੜਾ ਮੇਰਾ ਮਹਿਕਮਾ ਹੁੰਦਾ ਲੋਕਲ ਸੈਲਫ ਗਵਰਨਮੈਂਟ ਜਿਹੜਾ ਕਿ ਆਪਣੇ ਆਪ ਚ ਇੱਕ ਸਰਕਾਰ ਹੈ, ਉਹਨੂੰ 14% ਵੱਧ ਦੇਵਾਂਗੇ। ਉਹ ਦੇਣਾ ਤਾਂ ਕੀ ਸੀ, ਜੋ ਪੱਲੇ ਸੀ ਉਹ ਵੀ ਖੋਹ ਲਿਆ, ਸਾਰਾ ਰੋਕ ਲਿਆ ਪੈਸਾ ਉੱਥੇ ਰੋਕ ਲਿਆ। ਸੂਬੇ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਕਰਜ਼ਾ ਲੈ ਕੇ ਪੈਸਾ ਲਓ। ਜੇ ਕਨਸਟੀਟਿਊਸ਼ਨਲ ਗਰੰਟੀ ਮੁਕਰ ਗਏ ਤੇ ਕਿਸਾਨਾਂ ਨੂੰ ਗੱਲਾਂ ਚ ਵਾਅਦੇ ਕਰ ਰਹੇ ਨੇ ਕਿ ਐਮਐਸਪੀ ਕਰਾਂਗੇ। ਲੋਕਾਂ ਨੇ ਕੀ ਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਬੰਦੇ ਮਤਲਬ ਰਾਜਨੀਤਿਕ ਬੰਦੇ ਦੀ ਬਾਈਬਲ ਕੀ ਹੈ, ਕੁਰਾਨ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਕੀ ਹੈ, ਉਹ ਰਾਜਨੀਤਿਕ ਬੰਦੇ ਦੀ ਜਿਹੜੀ ਤਾਕਤ ਹੈ, ਹੋਲੀ ਬੁੱਕ ਹੈ, ਉਹ ਸੰਵਿਧਾਨ ਹੈ। ਜਿਹੜਾ ਬੰਦਾ ਸੰਵਿਧਾਨ ਦੀ ਗਰੰਟੀ ਮੁਕਰ ਗਿਆ ਉਹ ਕਿਸਾਨ ਨੂੰ ਕਿੱਥੋਂ ਵਾਅਦਾ ਪੂਰਾ ਕਰੂ? ਲੋਕਾਂ ਨੇ ਵਾਅਦੇ ਕਿਦੋਂ ਪੂਰੇ ਕਰ ਲਏ? ਲੋਕਾਂ ਦੇ ਵਾਅਦੇ ਕਿੱਥੋਂ ਪੂਰੇ ਕਰ ਲੂਗਾ? ਫੈਕਟ ਮੁੱਕ ਗਈ ਆਪਣੀ। ਮੈਨੂੰ ਤੁਸੀਂ ਦੱਸੋ ਨਾ, ਲੋਕਾਂ ਦੇ ਵਾਅਦੇ ਜੇ ਇਹੋ ਜਿਹੀ ਗੱਲ ਹੋਣੀ ਹੁੰਦੀ ਤੇ ਅੱਜ 2 ਕਰੋੜ ਲੋਕਾਂ ਦੀ ਨੌਕਰੀ ਜਾਰੀ ਵੀ ਵਾਈਟ ਕਾਲਰ ਬੰਦਿਆਂ ਦੀ। ਵਾਈਟ ਕਾਲਰ ਜੌਬਸ ਇਹ ਜਿਹੜੀ ਆ ਕਰੋਨਾ ਆਈ ਹੈ ਨਾ, ਹਰ 3 ਬੰਦਿਆਂ ਚੋਂ 1 ਬੰਦਾ ਆਪਣੀ ਨੌਕਰੀ ਖੋ ਰਿਹਾ। ਇਹ ਦੇਖੋ, ਗਰੀਬ ਰੋਟੀ ਤੋਂ ਗਿਆ, ਗਰੀਬ ਰੋਟੀ ਤੋਂ ਗਿਆ, ਨੌਜਵਾਨ ਨੌਕਰੀ ਤੋਂ ਗਿਆ, ਗਿਆ ਕਿ ਨਹੀਂ ਗਿਆ? ਵਪਾਰੀ ਵਪਾਰ ਤੋਂ ਗਿਆ, ਬੱਚੇ ਪੋਸ਼ਣ ਤੋਂ ਗਏ। ਬੱਚੇ ਪੋਸ਼ਣ ਤੋਂ ਗਏ। ਕੁਪੋਸ਼ਣ ਨਾਲ ਤੁਸੀਂ ਮੰਨੋਗੇ ਨਹੀਂ, ਕੁਪੋਸ਼ਣ ਦੇ ਨਾਲ ਅੱਜ 70% 38% ਜਵਾਕ ਮਰ ਰਹੇ। 38% ਮਤਲਬ ਉਹਨੂੰ ਕੋਈ ਪੌਸ਼ਟਿਕਤਾ ਹੀ ਹੈ ਨਹੀਂ, ਉਹਦੇ ਕੋਲ ਰੋਟੀ ਖਾਣ ਨੂੰ ਹੈ ਨਹੀਂ, ਤੇ ਰੋਟੀ ਐਸੈਂਸ਼ੀਅਲ ਕਮੋਡਿਟੀ ਤੋਂ ਘੱਟ। ਸੋਚ ਕੇ ਵੇਖੋ। ਹੁਣ ਤੁਸੀਂ ਆਓ GST ਦੇ ਉੱਤੇ ਜਿਹੜੀ ਤੁਹਾਨੂੰ ਆਪ ਮਹਿਸੂਸ ਹੁੰਦਾ ਹੋਏਗਾ ਕਿ ਕਿਸ ਤਰ੍ਹਾਂ ਜਿਹਦੀਆਂ ਮਲਟੀਪਲ ਬ੍ਰਾਂਚਸ ਨੇ, ਜਿਹੜਾ ਇੰਪੋਰਟ ਆਪ ਲੈ ਰਿਹਾ ਦੇ ਰਿਹਾ, ਉਹਨੂੰ ਵੱਡੇ ਕਾਰਪੋਰੇਟ ਨੇ ਉਹਨੂੰ GST ਆਉਣ ਤੋਂ ਬਾਅਦ ਜਿਹਨੇ ਬਹੁਤ ਸਾਰੇ ਪ੍ਰੋਫੈਸ਼ਨਲ ਰੱਖੇ ਨੇ, ਉਹ ਕਿਸ ਤਰ੍ਹਾਂ ਮਾਰਕੀਟ ਨੂੰ ਟੇਕ ਓਵਰ ਕਰਨ ਵਾਸਤੇ ਉਹਨੂੰ ਆਸਾਨੀ ਹੋ ਰਹੀ ਹੈ ਕਿ ਕਿਸ ਤਰ੍ਹਾਂ ਛੋਟੇ ਛੋਟੇ ਵਪਾਰੀ ਨੂੰ ਜਿਹੜਾ ਆਪਣਾ ਬਿਜ਼ਨਸ ਚਲਾਉਂਦਾ ਸੀਗਾ ਉਹ ਮਰ ਰਿਹਾ। ਯਾਰ ਵੱਡੀ ਮੱਛੀ ਛੋਟੀ ਨੂੰ ਖਾ ਰਹੀ ਹੈ। ਤੇ ਵੱਡੀਆਂ ਮੱਛੀਆਂ ਕਿੰਨੀਆਂ 4-5 ਅੱਛਾ ਉਹ ਕੀ ਹੈ, ਉਹ ਘਾਟਾ ਵੀ ਸਹਿ ਲੈਂਦੇ ਆ, 2 ਮਹੀਨੇ ਘਾਟਾ ਵੀ ਸਹਿ ਲੈਂਦੇ ਆ, ਰੇਟ ਸਿੱਟ ਦਿੰਦੇ ਆ। ਜਿਵੇਂ ਹੁਣ ਸੇਬ ਖਰੀਦੇ ਹੋਰ ਰੇਟ ਸਿੱਟ ਦਿੰਦੇ ਆ। ਜਦੋਂ ਵਪਾਰੀ ਭੱਜ ਜਾਂਦਾ, ਛੋਟਾ ਵਪਾਰੀ ਭੱਜ ਜਾਂਦਾ, ਫਿਰ ਉਹ ਸਟੋਰ ਕਰਕੇ ਵੱਧ ਵੇਚਦੇ ਆ। ਪਰ ਇਹ ਆਉਣ ਨਹੀਂ ਦਿੱਤੀ ਸਾਨੂੰ, ਉਹ ਨੇ ਉਹ ਕਿਹਾ, ਉਹਨੇ ਕਿਹਾ ਬਾਹਰੋਂ FDI ਇਨ ਰਿਟੇਲ ਜਿਹੜੀ ਹੈ ਮੈਂ ਪੂਰੀ ਆਉਣ ਨਹੀਂ ਦਊਂ। ਹੁਣ ਆਪਾਂ ਅੱਗੇ ਆਈਏ, ਜਦੋਂ ਆਪਾਂ ਇਸ GST ਦੀ ਖੇਡ ਸਮਝਦੇ ਹਾਂ। एक बड़ी इंटरेस्टिंग चीज़ है कि आप GST के अंदर की हो रहा है, टैक्स फाइलिंग की मुश्किल आ रही है कि मैंने टैक्स रेट बता देते गए कि मैं कॉर्पोरेट में फायदा हो रहा है। ये सारे समझते हैं, ये भी समझते हैं कि सूबे में पैसे नहीं मिल रहे। पर एक जी गल है जी आप भुल जाने GST की वड्डी गेम कि जो GST लिया गया वन नेशन वन टैक्स नहीं ਆਪਾਂ ਪਹਿਲਾਂ ਪੈਟਰੋਲ ਤੇ ਦੂਸਰਾ वो भी बाहर रखे मैं कह रहा था कि GST है जो लिया वन नेशन वन टैक्स करके कि सारे देश में एक टैक्स होगा जी, वो अंदर भी कुछ चीज़ें बाहर रखी। आप देखिए कि वो बाहर रखने के कारण किसी की लोगों को फायदा होगा, वो बाहर रखिया की इनकम बाहर रखिया, स्टेट से कर्जा ना जो किस कारण कर वो बाहर रखिया गई, कि चीज़ें बाहर रखी गई। देखो पहली चीज़ जी बाहर रखी केंद्र ने बाहर रखी, उसी पेट्रोल डीजल ये ਅੱਛਾ ਮੈਂ ਤੁਹਾਨੂੰ ਪੁੱਛਣਾ ਤੇ ਦੇਣਾ ਤੁਹਾਨੂੰ ਨੌਲੇਜ ਹੈ ਨਹੀਂ। ਸਭ ਤੋਂ ਵੱਧ ਦੁਨੀਆ ਦੇ ਵਿੱਚ ਪੈਟਰੋਲ ਡੀਜ਼ਲ ਤੇ ਟੈਕਸ ਕਿਹੜੇ ਦੇ? ਹਿੰਦੁਸਤਾਨ 70% ਟੈਕਸ ਹੈ। ਸਾਰੀ ਦੁਨੀਆ ਚੋਂ ਸਭ ਤੋਂ ਵੱਧ ਟੈਕਸ ਸਰਕਾਰਾਂ ਭੌਲੇਵਾ ਹੁੰਦੀਆਂ ਨੇ, ਫੁੱਲਾਂ ਤੋਂ ਰੱਖ ਲੈਂਦੀਆਂ ਨੇ, ਫੁੱਲ ਵੀ ਵਧੀਆ ਰਹਿੰਦਾ ਹੈ। ਇਹਦੇ ਕੋਲ ਜੋੜ ਕਰਕੇ ਉਹ ਕੌਣ ਦਿੰਦਾ ਪੈਸੇ ਭਾਈ? ਤੇਲ ਕੋਣਾ ਛੋਟੇ ਕੀਤੇ ਤੁਸੀਂ ਕੋਣੇ ਤੇਲ ਦੇ ਨਾਲ ਸਾਰੀਆਂ ਚੀਜ਼ਾਂ ਵਧੀਆ ਨਹੀਂ ਬਣਦੀਆਂ। 70% ਮੈਂ ਹੁਣ ਦੂਜੇ ਦੇਸ਼ਾਂ ਦੇ ਕਿਉਂ ਪਤਾ ਨਹੀਂ ਕਹਿ ਰਿਹਾ, ਮੈਂ ਕਰੈਕਟ ਕਰੀ ਦੂਜੇ ਦੇਸ਼ ਲੈ ਲਓ, ਕੈਨੇਡਾ ਦੇ ਵਿੱਚ 30%, ਅਮਰੀਕਾ ਸਭ ਤੋਂ ਵੱਧ 19% ਟੈਕਸ। ਯਾਰ ਛੱਡੋ ਤੁਸੀਂ ਅਮਰੀਕਾ ਕੈਨੇਡਾ ਦਾ ਮਿਕਸ ਕੋਲ ਨਹੀਂ ਮੈਂ ਦਿੰਦਾ। ਬੰਗਲਾਦੇਸ਼ 25%, ਹੁਣ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ 23%, ਭਾਜੀ 23%। ਤੇ ਇਹ ਕਹਿੰਦੇ ਆ ਵੀ ਅਸੀਂ ਲੋਕਾਂ ਦੇ ਹੰਦੇਸ਼ੀ ਆ। ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਕਿ ਮਾਨੀਆਂ ਡਾਨੀਆਂ ਵਾਸਤੇ ਹੁੰਦੀ ਹੈ? ਦੱਸਣਾ ਸੰਵਿਧਾਨ ਚ ਲਿਖਿਆ, ਮੈਂ ਕੋਈ ਨਾ ਕੱਲ ਨੂੰ ਭਰਾ ਲੋਕਤੰਤਰ ਹੈ ਔਰ ਲੋਕਾਂ ਦੀ ਆਵਾਜ਼ ਹੈ। जब भी सरकार आई है सस्ते पेट्रोल डीजल पे एक्साइज ड्यूटी 820% आई थी। ਸੋਚੋ
ਤੇ ਉਹਦਾ ਟੈਕਸ ਬੰਦ ਹੁੰਦਾ ਤੇ ਉਹਦਾ ਜਿਹਨੂੰ ਕਹਿੰਦੇ ਕਿਸਾਨ ਖੇਤੀ ਕਿਸਤਾ ਹੈ ਵੀ ਇਹਦਾ ਜੀ ਟੈਕਸ ਤੋਂ ਮਾਫ ਹੈ ਹਾਲਾਂਕਿ ਯਾਰ ਮੈਂ ਉਹ ਵੀ ਟੈਕਸ ਦਿੰਦਾ ਕਿਸਾਨ ਜਦੋਂ ਆਪਣੇ ਕਿੰਨੂ ਵੇਚਣ 820% ਡਿਊਟੀ ਭਾਜੀ ਇਹ ਕਿਵੇਂ ਹੋਇਆ ਜਦੋਂ ਸਾਨੂੰ ਸੁਦਾ ਚੱਕੋ ਚੱਕੋ ਬਾਜ ਲੋ ਭਾਜੀ ਜਦੋਂ ਸਾਨੂੰ ਸੁਦਾ ਆਪ ਕੀ ਜੀ ਥੋੜੀ ਕਰੰਟ ਆਊਗਾ ਜਨਾਬ ਅੱਗੇ ਤਾਂ ਮੈਂ ਉਹ ਅੱਗ ਬਲਵਾ ਲੈਣਾ ਜਦੋਂ ਕਹਿੰਦੀ ਚਾਹ ਸਰੂਰ ਲਿਆਉਂਦੀ ਹੈ ਪੂਰਾ ਕੱਟ ਦੇ ਖਾਈ ਦਿੰਦੀ ਹੈ ਕਿਲੋ ਜਾਂ ਥੋੜੀ ਜਲਦੀ ਪੀਣਾ ਮੈਂ ਕਹਿੰਦਾ ਪੂਰਾ ਸੁੱਕਾ ਮਾਰ ਰਿਹਾ ਮੈਂ ਅੱਜ ਗਿਆਨੀ ਨੂੰ 500 ਰੁਪਏ ਬਟਾ ਕੇ ਜਾਣਾ ਗਿਆਨੀ ਯਾਦ ਹੀ ਤਾਂ ਕਰਦਾ ਫਿਰ ਹੁਣ ਦੇਖੋ ਅਸੀਂ ਥੋੜਾ ਨਾ ਸਰਕਾਰ ਵਾਂਗੂ ਮਾਰ ਰਹੇ ਹਾਂ ਆਈ ਕਹਿੰਦੇ ਫ੍ਰੀ ਫੰਡ ਕਿਤੇ ਲੈ ਆਈ ਇਹਨਾਂ ਨੂੰ ਜੀਐਸਟੀ ਵੀ ਨਹੀਂ ਲੱਗਣੀ ਇਹਦੇ ਕੋਈ ਜੀਐਸਟੀ ਅੱਛਾ ਤੁਸੀਂ ਇਹ ਦੇਖੋ ਤੁਸੀਂ ਕਹਿੰਦੇ ਨੇ ਇਹ ਤਾਂ ਜੀਐਸਟੀ ਲੱਗਣੀ ਇਹਦੀ ਵੀ ਗੱਲ ਮੈਂ ਕਰੂੰ ਇਹ ਇਨਫਾਰਮਲ ਇਕਨੋਮੀ ਹੈ 90% ਹੈ ਇਹ ਪੋਸਟਾਂ ਵਾਲੀ ਇਕਨੋਮੀ ਜਿਹੜੀ ਹੈ ਨਾ 90% ਇੱਥੇ ਮੁੰਡਾ ਜਿਹੜਾ ਬੇਟਾ ਕਹਾਂ ਸੇ ਹੋ ਤੁਮ यार का क्या हुआ है 200 यानी कितने देना कितने देना प्यारे 300 रुपए 300 देना आप ये कोई भी काम कर रहे हो 300 लेके मैनू आया दसो ये ब्लैक मनी दस ब्लैक मनी है मैं तरह ऐसा ही ਜਿਹੜਾ ਬੰਦਾ ਕਿਸਾਨ ਲੇਬਰ ਹਾਇਰ ਕਰਦਾ ਉਹਨੇ ਜੀਰੀ ਲਾਉਣੀ ਹੈ ਉਹਨੇ ਹੋਰ ਲਾਣਾ ਉਹ ਬਲੈਕ ਮਨੀ ਹੈ 10 ਬਲੈਕ ਮਨੀ ਹੈ ਉਹ ਹੈ ਸਿੱਧੂ ਭਾਜੀ ਇੱਕ ਬੰਦਾ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਕੰਮ ਕਰਦਾ ਮਿਹਨਤ ਕਰਦਾ ਕਿਸੇ ਗੱਲਬਾਤ ਉਹ 4 ਪੈਸੇ ਕਮਾਉਂਦਾ ਤਾਂ ਬਲੈਕ ਮਨੀ ਹੋ ਗਈ ਇਹੋ ਤੇ ਗੱਲ ਹੈ ਸਾਹਿਬ ਆਹ ਗੱਲ ਸੁਣ ਲਓ ਕੀ ਕਹਿ ਰਿਹਾ ਹੈ ਜਿਹੜੀ ਗ੍ਰਹਿਣੀ ਜਿਹੜੀ ਘਰ ਵਾਲੀ ਤੁਹਾਡੇ ਤੋਂ ਛੁਪਾ ਕੇ ਆਪਣੇ 4-500 ਜੋੜਦੀ ਹੈ ਉਹ ਬਲੈਕ ਮਨੀ ਉਹ ਜਮਾ ਕਰਾ ਲਈ ਡਿਮੋਨਸਟ੍ਰੇਸ਼ਨ ਲਿਆਂਦੀ ਪਬਲਿਕ ਫਰਮਾਨ ਉਹ ਬੈਂਕਾਂ ਜਮਾ ਕਰਾ ਲਈ ਤੇ ਜਿਹੜੇ ਇਹਨਾਂ ਨੇ ਸਵਿਸ ਬੈਂਕਾਂ 'ਚ ਰੱਖੇ ਉਹ ਲਿਆਂਦੇ 70000 ਰੁਪਏ ਦੀ ਜਮਾ ਕਰਾਉਣ ਨੂੰ ਨੋਟਿਸ ਆਇਆ ਬੈਂਕ ਦਾ ਉਹ ਵੀ ਨੋਟ ਆ ਗਿਆ ਕੀ ਕਰੇ 70000 ਰੁਪਏ ਜਿਹਨੇ ਜਮਾ ਕਰਾਉਣ ਨੂੰ ਇਨਕਮ ਟੈਕਸ ਦਾ ਨੋਟਿਸ ਆਇਆ ਪਿਆ ਠੀਕ ਹੈ ਇਹ ਜਮਾ ਕਰਾਏ ਜਵਾਬ ਦੇਣ ਮੈਨੂੰ ਇਹ ਪੁੱਛਦਾ ਸੀ ਮੈਂ ਜਿਹੜਾ ਇਹ ਜੇ ਸਵਾਲ ਕਰਦਾ ਉਹ ਐਂਟੀ ਨੈਸ਼ਨਲ ਬਾਤ ਮੈਨੇ ਐਂਟੀ ਨੈਸ਼ਨਲ ਅਸੀਂ ਕਰਾ ਲਈ ਉਹਦੇ ਨੋਟ ਆ ਗਏ ਆਪ ਸ਼ੇਰਾਂ ਦੇ ਨੋਟ ਦਾ ਖੁਸ਼ ਹੈ ਨਹੀਂ ਕੌਣ ਹੈ ਇਹ ਮੇਰੇ ਵਾਲੀ ਇਹ ਜਿਹੜੀ ਨੋਟਬੰਦੀ ਹੋਈ ਇਹ ਸਰਕਾਰ ਦੇ ਦੇਖੋ ਕਾਨੂੰਨ ਦੇ ਚੱਕ ਮੈਂ ਕਹਿੰਦਾ ਇਹੀ ਮੇਰਾ ਮੰਦਰ ਮਸਜਿਦ ਹੈ ਚੱਕ ਅੱਛਾ ਠੀਕ ਹੈ ਖੋਲਾ ਆ ਬਾਪੂ ਖੋਲਾ ਲੈਣ ਦੋ ਭਾਜੀ ਹਾਂਜੀ ਮੇਰਾ ਗੁਰਦਾਸਪੁਰ ਜ਼ਿਲ੍ਹਾ ਜੇ ਮੇਰੇ ਕੋਲ ਆਧਾਰ ਕਾਰਡ ਹੈਗਾ ਮੈਂ ਹੈਂਡੀਕੈਪ ਸੀਗਾ 99 ਦੇ ਵਿੱਚ ਮੈਂ 10ਵੀਂ ਪੜ੍ਹੀ ਤੇ ਮੈਂ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ ਪਰ ਮੇਰੀ ਕਿਸੇ ਨੇ ਸੁਣੀ ਨਹੀਂ ਜੇ ਮੈਂ ਕਿਹਾ ਮੈਂ ਸੁਣਾਤੀ ਤਾਂ ਮੈਂ ਕਰ ਨਹੀਂ ਆਇਆ ਇੱਥੇ ਐਸੇ ਕਰਕੇ ਆਇਆ ਆਹ ਤਾਂ ਮੈਂ ਬਤਲੰਗ ਬੰਦਾ ਜੇ ਇੱਕ ਗੱਲ ਸੁਣ। ਮੇਰੀ ਕਿਸੇ ਨੇ ਨਹੀਂ ਸੁਣੀ ਮੇਰੀ ਗੱਲ ਨੂੰ ਸੁਣ। ਸਭ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਪਤਾ ਨਹੀਂ ਕਦ ਨਾਰਾਇਣ ਤੇਰੇ ਦਰ ਤੇ ਆ ਜਾਏ ਮਿੱਤਰਾ ਤੂੰ ਨਾਰਾਇਣ ਹੀ ਹੈ ਮੇਰੇ ਲਈ ਖਾ ਅੱਗ ਚੌੜੀ ਖਾ ਤਾਂ ਤੋਦਾ ਫਿਰਦਾ ਤੇਰੇ ਕਿਹੜਾ ਸਟੰਟ ਪੈਣਾ ਇਹ ਮਾਰੀ ਇੱਕ ਹੋਰ ਲੈ ਲੈ ਨਹੀਂ ਨਹੀਂ ਬਹੁਤ ਲੈ ਲੈ ਮੈਂ ਕਿਹਾ ਜੇ ਤੂੰ ਜੇਬ 'ਚ ਰੱਖੀ ਦੁਨੀਆ ਦਾ ਅੱਛਾ ਹੁਣ ਆਪਾਂ ਦੂਏ ਤੇ ਆਈਏ ਕਿਸ ਗੱਲ ਤੇ ਕਰ ਰਹੇ ਹੋ ਆਪਣੇ ਕਹਿ ਰਹੇ ਸੀ ਨੋਟਬੰਦੀ ਦੇ ਨੋਟਬੰਦੀ ਜੋ ਹੈ ਨਾ ਨੋਟਬੰਦੀ ਕੋਈ ਕਾਰਨ ਨਹੀਂ ਸਰਕਾਰ ਦੇ ਚੱਲਣ ਹਾਂ ਨੋਟਬੰਦੀ ਇਹ ਦੁਨੀਆ ਪਾਰਟੀਆਂ ਦਾ ਪੈਸੇ ਖੋਲੇ ਆਪਣੀ ਪਾਰਟੀ ਨੇ ਨਹੀਂ ਸਮਝ ਕਰ ਲਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਉਹ ਤੱਕ ਦੂਜੇ ਬਾਰੇ ਬਹੁਤ ਵੱਡਾ ਕਾਰਨ ਹੈ ਇਹਨਾਂ ਦਾ ਬੀਜੇਪੀ ਦਾ ਜਿਹੜਾ ਅੱਗੇ ਜਾਣ ਉਹਦਾ ਈਵੀਐਮ ਜਦੋਂ ਲੋਕੀ ਕਹਿੰਦੇ ਕੀ ਕਹਿ ਰਹੇ ਹਰਿਆਣਾ ਇਹ ਸਰਕਾਰ ਦੇ ਪ੍ਰਭਾਵ ਆਉਂਦੇ ਦੋ ਹੀ ਕਾਰਨ ਨੇ ਹਾਂ ਜਨਤਾ ਵਿੱਚ ਕਸੂਰ ਕੋਈ ਨਹੀਂ ਇੱਕ ਨੋਟਬੰਦੀ ਇੱਕ ਨੋਟਬੰਦੀ ਜਿਹਨੇ ਬਾਕੀ ਪਾਰਟੀਆਂ ਦੇ ਸਾਰੇ ਫੰਡ ਜਿਹੜੇ ਨੇ ਸਪਲਾਈ ਕਰਦੇ ਹਾਂ ਤੇ ਆਪਣੇ ਫੰਡ ਨੇ ਪਹਿਲਾਂ ਹੀ ਸਾਰਿਆਂ ਨੇ ਆਪਣੇ ਪਰਸਨਲ ਵੀ ਤੇ ਪਾਰਟੀ ਦੇ ਫੰਡ ਇਹਨਾਂ ਨੇ ਸਮਰਿੱਧ ਕਰ ਲਏ ਦੂਜਾ ਹੈਗਾ ਈਵੀਐਮ ਮਸ਼ੀਨ ਬੱਲੇ ਮਤਲਬ ਈਵੀਐਮ ਮਸ਼ੀਨ ਇੰਨੀ ਗੱਲ ਚਲੀ ਗਈ ਹੁਣ ਕਿਸਾਨ ਵੀ ਬੋਲੀ ਜਾਂਦੇ ਬਾਕੀ ਵੀ ਸੁਣੀ ਜਾਂਦੇ ਮੈਂ ਤਾਂ ਮਤਲਬ ਦੇਖੋ ਤੁਸੀਂ ਦੇਖੋ ਨਾ ਜਿੰਨੇ ਵੀ ਇਲੈਕਸ਼ਨ ਹੋਏ ਕਿਨੇ ਜਨਤਾ ਨੇ ਪਬਲਿਕ ਨੇ ਅੱਗ ਲਾ ਦੇਣੀ ਈਵੀਐਮ ਮਸ਼ੀਨ ਇਹ ਹੋਏਗਾ ਹਿੰਦੁਸਤਾਨ ਦੇ ਮੇਰੀ ਗੱਲ ਨੂੰ ਸੁਣੋ ਤੁਹਾਡੀ ਗੱਲ ਹੁਣ ਪਬਲਿਕ ਤੋਂ ਉੱਠੀ ਹੈ ਤੇ ਮੈਂ ਤੇ ਪਬਲਿਕ ਦਾ ਹੀ ਨੁਮਾਇੰਦਾ
ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਵੀ ਸਭ ਤੋਂ ਜ਼ਿਆਦਾ ਵਿਕਸਿਤ ਮੁਲਕ ਦੁਨੀਆ ਦੇ ਵਿੱਚ ਕਿਹੜੇ ਨੇ? ਅਮਰੀਕਾ, ਇੰਗਲੈਂਡ, ਉੱਥੇ ਈਵੀਐਮ ਲੱਗੀ ਹੈ ਕਿ ਪੜਾਈ ਹੋਣਾ ਹੈ ਕਿ ਆਪਣੀ ਲੱਗਦੀ ਹੈ ਨਹੀਂ, ਪਰ ਕੋਈ ਵੀ ਟੈਕਨੋਲੋਜੀ ਹੈ ਕਿਉਂਕਿ ਜੇ ਤੁਸੀਂ ਉਹਨੂੰ ਬਣਾ ਸਕਦੇ ਹੋ ਸਿਸਟਮ ਪ੍ਰੋਗਰਾਮ ਪਾ ਸਕਦੇ ਹੋ ਚੇਂਜ ਵੀ ਕਰ ਸਕਦੇ ਹੋ ਕਿਉਂਕਿ ਟੈਕਨੋਲੋਜੀ ਹੈ। ਠੀਕ ਹੈ, ਮੈਂ ਕਿਹਾ ਵੱਡੇ ਵੱਡੇ ਕੰਪਿਊਟਰਾਂ 'ਚ ਬਟ ਕੀ ਸੌਫਟਵੇਅਰ ਚੱਕ ਕੇ ਕੀ ਆਪਾਂ ਕੰਟਰੀਆਂ ਸਪਾਈ ਕਰਦੇ ਨੇ ਲੋਕਾਂ ਦੇ ਕੰਪਿਊਟਰ ਬਣ ਕੇ ਰਿਸਰਚ ਕਰਦੇ ਨੇ। ਉਹਦੇ ਭਾਸ਼ਣ ਜਿਹੜਾ ਮਸ਼ੀਨ ਦਾ ਹੀ ਸਾਰਾ ਕਸੂਰ ਹੈ। ਉਹਦੀ ਜਿਹੜਾ ਭਾਸ਼ਣ ਹੈ ਕਿ ਬਦਮਾਸ਼ਾਂ ਦਾ ਭਾਸ਼ਣ ਜਾਂ ਬਦਮਾਸ਼ ਹੁੰਦੇ ਨਾ ਲੈਕਚਰ ਉਸ ਦਾ ਲੈਕਚਰ ਹੈ ਨਹੀਂ ਜਿਹੜਾ ਇਹਨਾਂ ਨੇ ਦੂਸਰੀ ਗੱਲ ਵੀ ਕੀਤੀ ਨਾ ਕਿ ਜਿਹੜੀ ਨੋਟਬੰਦੀ ਦੀ ਅੱਗੇ ਵੀ ਇੱਕ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਰਿਹਾ, ਮੈਂ ਉਹਨੂੰ ਮਿਲਣ ਗਿਆ ਕਿਸੇ ਨਾਲ, ਉਹਨੇ ਉਹਨੂੰ ਕਿਹਾ कहना तुम्हारा कंप्यूटर फेल हो गया, हम पर्चियां नहीं बांटी इस बार। पर्चियां नहीं वंडिया, दैत नहीं खड़ा कर सके, पर्चियां नहीं वंडिया, कि कंप्यूटर नाल नहीं कोई सानू समझो। ਜਿਹੜੇ ਬੰਦੇ ਮਸ਼ੀਨਾਂ ਨੂੰ ਮਜ਼ਦੂਰਾਂ ਦੇ ਸਿਰ ਤੇ ਪਾਈ ਜਾਂਦੇ ਆ, ਕਿੰਨਿਆਂ ਨੂੰ ਨੌਕਰੀ ਮਿਲਦੀ ਹੁੰਦੀ ਜਦੋਂ ਇਹ ਮਸ਼ੀਨਾਂ ਲਾਉਂਦੇ ਆ। ਜਦੋਂ ਇਹਨਾਂ ਦੇ ਟੈਕਸ ਛੱਡਦੇ 6-6 ਲੱਖ ਕਰੋੜ ਰੁਪਇਆ, ਕਿਸਾਨ ਦਾ ਛੱਡਿਆ, ਤੁਹਾਡਾ ਛੱਡਿਆ, ਜਦੋਂ ਇਹ 25 ਆਉਂਦੀ ਹੈ ਸਕੀਮ ਹੈ, ਉਦੋਂ ਉਹਨਾਂ ਨੂੰ ਕਹਿੰਦੇ ਆ ਵੀ ਨੌਕਰੀਆਂ ਦੇਵੋਗੇ ਨਹੀਂ? ਪੁੱਛੋ ਅਗਲੀ ਗੇਮ ਜਿਹੜੀ ਇਹਨਾਂ ਦੀ ਗੱਲ ਹੈ ਨਾ ਨੋਟਬੰਦੀ ਬਾਰੇ ਕਿ ਜਿਹੜੇ ਇਹਨਾਂ ਦੇ ਬੈਂਕ ਸੀ, ਜਿਹੜੇ ਇਹਨਾਂ ਦੇ ਕੋਆਪਰੇਟਿਵ ਹਜ਼ਾਰਾਂ ਕਰੋੜ ਜਿਨ੍ਹਾਂ 'ਚ ਇਹਨਾਂ ਦੇ ਬੰਦੇ ਮੰਤਰੀਆਂ ਦੇ ਮੁੰਡੇ ਡਾਇਰੈਕਟਰ ਸੀ, ਇਹਨਾਂ ਨੇ ਪਹਿਲਾਂ ਜਮ੍ਹਾਂ ਕਰਾ ਲਿਆ ਤੇ ਜਿਹੜਾ ਇਹ ਕਹਿੰਦੇ ਸੀ ਬਲੈਕ ਮਨੀ ਖਤਮ ਕਰਾਂਗੇ, ਜੋ 99.3% ਪੈਸਾ ਵਾਪਸ ਆ ਗਿਆ ਤੇ ਕਿਹੜੀ ਬਲੈਕ ਮਨੀ। ਠੀਕ ਹੈ, ਤੇ ਇਹਨਾਂ ਨੇ ਆਪਦੇ ਜਿਹੜੇ ਬੰਦੇ ਸੀ ਉਹਨਾਂ ਨੇ ਜਮ੍ਹਾਂ ਕਰਾ ਲਏ। ਠੰਡੀ ਹੋ ਗਈ। ਹਾਂ, ਹੁਣ ਆਪਾਂ ਇੱਕ ਦੂਸਰੀ ਗੱਲ, ਆਪਾਂ GST ਬਾਰੇ ਗੱਲ ਕਰ ਰਹੇ ਹਾਂ। ਆਪਾਂ GST ਦੀ ਗੱਲ ਕਰ ਰਹੇ ਸੀ ਕਿ GST ਦੇ ਅੰਦਰ ਜਿਹੜੀਆਂ ਚੀਜ਼ਾਂ ਨਹੀਂ ਰੱਖੀਆਂ। ਆ ਸਭ ਤੋਂ ਇੰਪੋਰਟੈਂਟ ਗੱਲ ਹੈ ਮਿੱਤਰਾ, ਜਿਹਦੇ ਲਈ ਮੇਰੀ ਜ਼ਿੰਦਗੀ ਗੁਜ਼ਰ ਗਈ 14 ਸਾਲ ਮੈਂ ਇਸੇ ਗੱਲ ਲਈ ਲੜਦਾ ਰਿਹਾ, ਇਸੇ ਗੱਲ ਦੇਖੋ ਇਹਨਾਂ ਨੇ ਕੀ ਬਾਤ ਦਿਖਾਇਆ, ਪੈਟਰੋਲ ਡੀਜ਼ਲ ਇਹ ਵਨ ਨੇਸ਼ਨ ਵਨ ਟੈਕਸ ਨੇ ਪੈਟਰੋਲ ਡੀਜ਼ਲ ਬਾਤ ਦਿਖਾਇਆ ਇੱਕ 1000 ਸੁਬਾ ਕਰਦੀ ਕਿਸੇ ਪਾਲੇ ਪੈਟਰੋਲ ਡੀਜ਼ਲ ਨਾਲ ਸਰਕਾਰ ਚੱਲਦੀ। ਠੀਕ ਹੈ, ਸਟੇਟਾਂ ਨੇ ਕੀ ਬਾਤ ਦਿਖਾਇਆ, ਇਹ ਦੇਖਣ ਵਾਲੀ ਗੱਲ ਹੈ। ਸਭ ਤੋਂ ਵੱਡੀ ਗੇਮ ਇਹ ਹੈ ਕਿ ਉਹ ਚੀਜ਼ਾਂ ਸਟੇਟਾਂ ਨੇ ਸ਼ਰਾਬ, ਰੇਤ, ਠੀਕ ਹੈ, 5% ਉਹਦੇ 5% ਹੈ, ਪਰ ਲੋਕਾਂ ਨੂੰ ਫਾਇਦਾ ਨਹੀਂ ਜਾ ਰਿਹਾ ਉਸ ਚੀਜ਼ ਦਾ। ਛੋਟੇ ਦੇ ਪਹਿਲਾਂ 28% ਲਾਇਆ, ਫਿਰ ਸੋਡਾ ਕਰਕੇ 18 ਤੇ ਲਿਆਂਦਾ, ਤੇ ਰੇਤੇ ਤੇ ਕਿੰਨਾ 5%। ਸ਼ਰਾਬ ਤੇ ਕੋਈ ਟੈਕਸ ਨਹੀਂ, ਕੋਈ GST ਨਹੀਂ। ਹੁਣ ਮੈਨੂੰ ਇਹ ਦੱਸੋ, ਸ਼ਰਾਬ ਦਾ ਫਾਇਦਾ ਸਟੇਟ ਨੂੰ ਆ ਰਿਹਾ ਕਿ ਮਾਫੀਆ ਨੂੰ ਜਾ ਰਿਹਾ? ਜਾ ਰਿਹਾ। ਰੇਤ ਦਾ ਫਾਇਦਾ ਲੋਕਾਂ ਨੂੰ ਆ ਰਿਹਾ ਕਿ ਮਾਫੀਆ ਨੂੰ ਜਾ ਰਿਹਾ? ਲੋਕਾਂ ਦੀ ਟਰਾਲੀ ਸਸਤੀ ਹੋਈ, ਮੈਂ ਤੁਹਾਨੂੰ ਹੀ ਪੁੱਛਦਾ, ਤੁਹਾਨੂੰ ਸਰਕਾਰ ਦਾ ਰੈਵਨਿਊ ਵਧਿਆ ਨਹੀਂ। ਮੈਂ ਨਾ ਜੀ 500 ਦੀ ਪਰਚੀ ਲੱਗੀ ਉੱਥੇ ਲੱਗੀ ਨਾ ਦੋਸਤ, ਉਹ ਜੇ ਬਾਹਰ ਕਢਾਇਆ ਸੀ ਤੇ ਉਹ ਸੂਬੇ ਨੂੰ ਫਾਇਦਾ ਹੋਇਆ, ਤੁਹਾਨੂੰ ਫਾਇਦਾ ਹੋਇਆ। ਜੇ ਤੁਹਾਨੂੰ 1500 ਟਰਾਲੀ ਮਿਲਦੀ, ਮੈਂ ਕਹਿੰਦਾ ਫਾਇਦਾ ਹੋਇਆ, ਜੈ ਜੈਕਾਰ ਨਵਜੋਤ ਸਿੰਘ ਸਿੱਧੂ ਕਰਦਾ। ਲੇਕਿਨ ਮਾਂ ਪਿਓ ਨੇ ਲਿਖਿਆ ਇਮਾਨ ਬਕਾਊ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਜੇ ਸਟੇਟਾਂ ਦਾ ਬਾਹਰ ਕੱਢਿਆ ਇਹ ਤੇ ਉਹਦਾ ਫਾਇਦਾ ਪਬਲਿਕ ਨੂੰ ਗਿਆ। ਬਸ ਮੈਂ ਮਰਦਾ ਮਰ ਗਿਆ, ਇਹ ਕਹਿੰਦਾ ਮਰ ਗਿਆ ਵੀ ਸਰਵਿਸ ਟੈਕਸ ਆ ਜਿਹੜੇ ਕੇਬਲ ਮਾਫੀਆ ਖਾ ਗਿਆ ਸਾਰਾ, ਪੰਜਾਬ ਦਾ ਖਾ ਗਿਆ ਸਾਰਾ, ਕੰਟਰੈਕਟਰ ਖਾ ਗਿਆ ਸਾਰਾ। ਹੈ ਵੀ ਭਾਈ ਮੈਨੂੰ ਇਹਦੇ ਕੰਪਿਊਟਰ ਤੱਕ ਪਹੁੰਚ ਲੈਣ ਦਿਓ, ਇਹਦੇ ਪੋਤੜੇ ਖੋਲ ਦੂੰ। ਉਹ ਕਾਨੂੰਨ ਹਵਾ ਹੋ ਗਿਆ। ਇਹ ਤੁਹਾਨੂੰ ਮੈਂ ਕਹਿ ਰਿਹਾ, ਇਹ ਦੂਜੀਆਂ ਗੇਮਾਂ ਸਮਝੋ। ਇਹ ਸਭ ਕਾਨੂੰਨ ਹੈ ਹੀ ਨਹੀਂ, ਕਾਨੂੰਨ ਤੇ ਰੂਲ ਆਫ ਲਾ ਨੇ ਜੀ, ਰੂਲ ਆਫ ਲਾ ਕਿੱਥੇ ਹੈ? ਘੋੜਾ ਬੰਦਾ ਇੱਕ ਬਰਾਬਰ। ਤੇ ਮੈਂ ਮਹਾਰਾਜ ਤੁਸੀਂ ਮੈਨੂੰ ਕਹਿ ਦਿਓ ਰੂਲ ਆਫ ਲਾ, ਇਹ ਦੇਖੋ ਜੀ, ਇਹ ਰੂਲ ਆਫ ਲਾ ਦੀ ਗੱਲ ਆਈ ਨਾ, ਦੇਖੋ ਸੁਣੋ ਰੂਲ ਆਫ ਲਾ। ਹੁਣ ਮੈਨੂੰ ਦੱਸੋ, ਇਹ ਰੂਲ ਆਫ ਲਾ ਹੈ ਵੀ ਕਿਸਾਨ ਆਪਦਾ ਵਕੀਲ ਲੈ ਕੇ ਕਾਨੂੰਨੀ ਦਰਵਾਜ਼ੇ ਨਹੀਂ ਖੜਕਾ ਸਕਦਾ? ਇਹ ਰੂਲ ਆਫ ਲਾ ਹੈ। ਅੱਛਾ, ਬੰਦੇ ਕੋਲ ਤੁਹਾਨੂੰ ਤੁਸੀਂ ਤਰਾਈ ਕਰਦੇ ਹੋ, ਤੁਸੀਂ ਕਿਹਦੇ ਕੋਲ ਜਾਓਗੇ? ਜਿਹੜਾ ਬੰਦਾ ਵੋਟਾਂ ਪਾ ਕੇ ਆਇਆ ਕਾਉਂਸਲਰ ਨੂੰ, ਉਹ ਕਾਉਂਸਲਰ ਕੋਲ ਜਾਊ। ਠੀਕ ਹੈ, ਪਿੰਡ ਆ ਸਰਪੰਚ ਕੋਲ ਜਾਊ। ਹੋਰ ਵੀ ਐਮਐਲਏ ਦਾ ਨਾਮ ਫੜੂ, ਆਖੋ ਭਾਈ ਤੂੰ ਸਾਨੂੰ ਵੋਟਾਂ ਪਾ ਸਕਦਾ, ਮੈਨੂੰ ਕੋਈ ਗਾਲਾਂ ਨਹੀਂ ਕੱਢ ਜਾਂਦਾ। ਮੈਂ ਕਹਿੰਦਾ ਯਾਰ ਇੰਨੇ ਲੋਕ ਪਿਆਰ ਕਰਦੇ, ਗਾਲਾਂ ਕੱਢ ਕੇ ਮੇਰੀ ਗੱਲ ਦਾ ਵਾਲ ਕਿਤਾ ਹੋਵੇ, ਕੋਈ ਚੱਕਰ ਨਹੀਂ, ਕੱਢ ਯਾਰ ਕੋਈ ਲੋੜ ਨਹੀਂ। ਜੇ ਮੈਂ ਤਾਕਤ ਨੂੰ ਲੋਕਾਂ ਨੂੰ ਪਟਾਉਣ ਨੂੰ ਲਾਉਂਦਾ ਕਿ ਤੁਸੀਂ ਪਿਆਰ ਕਰਦੇ, ਫਿਰ ਮੈਂ ਸੱਥਾਂ ਜਾ ਵੜਦਾ? ਦੱਸੋ, ਕੋਟ ਮੈਂ ਬੈਠਾ ਹੁੰਦਾ? ਜੇ ਮੈਂ ਚਾਰ ਪੌੜੀ ਵਿਜੇ ਹੁੰਦਾ,
ਤੇ ਮੈਂ ਤੁਹਾਡੇ ਕੋਲ ਬਹਿ ਜਾਂਦਾ। ਇਹ ਰਾਜਨੀਤੀ ਜਿਹੜੀ ਹੈ ਇਹ ਉਸ ਸੇਵਾ ਵਾਸਤੇ ਹੈ ਕਿ ਲੋਕਾਂ ਦਾ ਭਲਾ ਕਰਨ ਵਾਸਤੇ। ਹੁਣ ਤੁਸੀਂ ਉਹਨਾਂ ਕੋਲ ਜਾਓਗੇ ਨਾ ਚੁਣੇ ਨੁਮਾਇੰਦਿਆਂ ਕੋਲ, ਦੱਸ ਵੀ ਚੁਣੇ ਨੁਮਾਇੰਦੇ ਕੋਲ ਜਾਓਗੇ। ਜਿਹੜੇ ਚੁਣੇ ਨੁਮਾਇੰਦੇ ਸੀ ਸਰਕਾਰ ਨੇ ਕਾਨੂੰਨ ਦਾ ਸੈਂਟਰ ਕਾਨੂੰਨ ਬਣਾ ਰਿਹਾ। ਕਾਨੂੰਨ ਇਸ ਤਰ੍ਹਾਂ ਬਣਾ ਰਿਹਾ ਹੈ ਕਿ ਜਿਹੜੇ ਤੁਹਾਡੇ ਚੁਣੇ ਨੁਮਾਇੰਦੇ ਉਹਨਾਂ ਕੋਲ ਕੋਈ ਪਾਵਰ ਹੋ ਜਾਣਗੇ। GST ਵਿੱਚ ਇਕਨੋਮਿਕ ਪਾਵਰ ਸੂਬੇ ਦੀ ਲੈ ਲਈ, ਫਿਰ ਥੋੜੀ ਪੋਲੀਟੀਕਲ ਪਾਵਰ ਲੈ ਰਹੇ ਨੇ। ਕਿਸਾਨ ਕਾਨੂੰਨ ਵਿੱਚ ਤੁਸੀਂ ਕੋਰਟ ਨਹੀਂ ਜਾ ਸਕਦੇ, MLA ਤੁਹਾਡਾ ਕੀ ਕਰ ਦੂਗਾ। ਜੋ ਤੁਸੀਂ ਸੈਂਟਰਲਾਈਜ਼ੇਸ਼ਨ ਪਾਵਰ ਬਣਾਉਂਗੇ ਅਸਲ ਵਿੱਚ ਆਪਣੇ ਦੇਸ਼ ਦੇ ਅੰਦਰ ਫੈਡਰਲ ਸਟਰਕਚਰ ਬਣਾਇਆ। ਜੋ ਦੋ ਜਗ੍ਹਾਵਾਂ ਨੇ ਜਿੱਥੇ ਕਾਨੂੰਨ ਬਣਦੇ ਨੇ, ਉਹ ਤਾਂ ਨਹੀਂ ਬਣਦੇ ਨਾ, ਵਿਧਾਨ ਸਭਾ ਤੇ ਇੱਕ ਪਾਰਲੀਮੈਂਟ। ਉਹ ਕਿਉਂ ਹੈ? ਕਿਉਂਕਿ ਜਿਹੜੇ ਹਰ ਸੂਬੇ ਦੇ ਅਲੱਗ-ਅਲੱਗ ਮਸਲੇ ਨੇ, ਹਰ ਸੂਬੇ ਦੀ ਅਲੱਗ ਇੱਕ ਕਾਨੂੰਨ ਦੀ ਮਤਲਬ ਰਜਾਮੰਦੀ ਨਾਲ ਬਣਾਈ। ਉਹ ਉੱਥੇ ਦੇ ਲੋਕਾਂ ਦੀ ਉੱਥੇ ਦੇ ਆਵਾਜ਼ ਲੋਕ ਆਪਣੇ ਚੁਣੇ ਨੁਮਾਇੰਦੇ ਦੱਸਣ, ਉਹ ਲੈਜਿਸਲੇਟ ਕਰਨ ਔਰ ਉਹ ਕਾਨੂੰਨ ਬਣਾਉਣ। ਹੁਣ ਤਾਂ ਦੱਸੋ ਐਗਰੀਕਲਚਰ ਦੇ ਉੱਤੇ ਕਾਨੂੰਨ ਇਹ ਬਣਾ ਰਹੇ ਆ, ਇਹਨਾਂ ਦੇ ਪਿਓ ਦਾ ਰਾਜ ਹੈ ਕੀ ਹੈ? ਇਹਦੇ ਵੀ ਟੈਕਸ ਹੈ ਮਿੱਤਰਾ। ਇਹਦੇ ਵੀ ਟੈਕਸ ਹੈ। ਤੁਸੀਂ ਇਹਨੂੰ ਫੜੋਗੇ ਨਾ ਕੀ ਜਾਣ ਮਿੱਤਰ ਜੋਗਾ ਨੂੰ ਫੜੋ। ਲਓ ਜੀ, ਉਹ ਬੰਦਾ ਸੀਗਾ ਇੱਕ ਬਜ਼ੁਰਗ, ਥੋੜਾ ਲਿਆਓ, ਠੀਕ ਹੈ ਕਿ ਨਹੀਂ? ਗੱਲ ਸਮਝੋ, ਉਹ ਵੀ ਖਤਮ ਕਰਤਾ। ਇਹਦਾ ਮਤਲਬ ਇਹ ਕਿ ਇਹ ਵਾਰ ਜਿਹੜਾ ਇਹ ਸਾਡੇ ਸੰਘੀ ਢਾਂਚੇ ਤੇ, ਸਾਡੇ ਅਸਤਿਤਵ ਤੇ। ਇਸ ਕਰਕੇ ਮੇਰੀ ਗੱਲ ਨੂੰ ਯਾਦ ਰੱਖੋ ਕਿ ਆਪਾਂ ਸਾਰੇ ਤਗੜੇ ਹੋ ਕੇ ਇਕੱਠੇ ਹੋ ਕੇ ਲੜੀਏ। ਇਹ ਨਾ ਕਹੋ ਇਹ ਉਹਦੀ ਲੜਾਈ ਹੈ, ਇਹ ਕਿਸਾਨ ਦੀ ਲੜਾਈ ਨਹੀਂ, ਇਹ ਆਪਣੀ ਲੜਾਈ ਹੈ। ਇਹ ਕਿਸਾਨ ਤੇ ਇਹਦਾ ਝੰਡਾ ਬਰਦਾਰ, ਹਾਂ ਆ ਗਿਆ ਫੋਨ, ਕਿਸਾਨ ਤੇ ਕਹਿੰਦੇ ਖਬਰਦਾਰ, ਜਦੋਂ ਖਬਰਦਾਰ ਹੋਸ਼ਿਆਰ ਆ ਗਏ। ਇਹ ਝੰਡੇ ਝੰਡਾ ਕਿਹਨੇ ਲਾਇਆ ਸੀਗਾ ਜਦੋਂ ਨੈਸ਼ਨਲ ਮੂਵਮੈਂਟ ਹੋਈ ਸੀ? ਮਹਾਤਮਾ ਗਾਂਧੀ ਜੀ, ਉਹਦੇ ਅੱਗੇ ਲੱਗੇ ਪੰਡਿਤ ਜਵਾਹਰ ਲਾਲ ਨਹਿਰੂ ਸੀ, ਮਨਮੋਹਨ ਮਾਲਵੀਆ, ਭਗਤ ਸਿੰਘ, ਸ਼ਹੀਦ ਆਜ਼ਮ ਊਧਮ ਸਿੰਘ, ਲਾਲਾ ਲਾਜਪਤ ਰਾਏ, ਇਹ ਅੱਗੇ ਲੱਗੇ। ਇਹਨਾਂ ਨੂੰ ਹੁਲਾਰਾ ਕਿਹਨੇ ਦਿੱਤਾ? ਸਭ ਤੋਂ ਵੱਡਾ ਪਹਿਲਾਂ ਸ਼ਹਿਰੀ ਮੂਵਮੈਂਟ, ਇਹਨੂੰ ਹੁਲਾਰਾ ਕਿਹਨੇ ਦਿੱਤਾ? ਇਹਨੂੰ ਹੁਲਾਰਾ ਦਿੱਤਾ ਕਿਸਾਨ ਨੇ। ਖੜਾ ਹੋਇਆ ਨਾ, ਆਪਣੇ ਵੀ ਆਪਾਂ ਸਾਰੇ ਜੁੜੇ ਹੋਏ ਨੇ। ਮਤਲਬ ਜਿਹੜਾ ਵਪਾਰ ਵੀ ਕਰਦੇ ਆ ਕਈ ਛੱਡ ਕੇ ਕਿਸਾਨੀ ਇੱਥੇ ਵਪਾਰ ਕਰ। ਇਸ ਕਰਕੇ ਸੰਘੀ ਢਾਂਚਾ ਮਾਰ ਰਹੇ ਆ, ਪੰਜਾਬ ਦੇ ਅਧਿਕਾਰ ਮਾਰ ਰਹੇ, ਹੋਰ ਸੂਬਿਆਂ ਦੇ ਅਧਿਕਾਰ ਮਾਰ ਰਹੇ, 32 ਸਟੇਟਾਂ ਦੇ ਟੈਕਸ ਮਾਨੀਆਂ ਦੀ ਜੇਬ ਪਾ ਰਹੇ, ਲੋਕਾਂ ਦੀ ਸਰਕਾਰ ਗੁਲਾਮ ਬਣਾ ਰਹੇ। ਕੁੱਤਲੀਆਂ ਪਿੱਛੋਂ ਆ ਕੇ ਮਾਰਦੇ। ਕੋਈ ਆਵਾਜ਼ ਸਕਦਾ ਹੈ? ਹਾਂ 10 20 ਦੀ ਕੋਈ ਆਵਾਜ਼ ਚੱਕਦਾ। ਜੇ ਕੋਈ ਆਵਾਜ਼ ਸਕਦਾ ਹੈ, ਜੇ ਕੋਈ ਆਪਾਂ ਇਕੱਠੇ ਹੋ ਕੇ ਬੋਲਾਂਗੇ ਤਾਂ ਕੁਝ ਨਹੀਂ ਕਰ ਸਕਦੇ। ਪਰ ਜੇ ਕੋਈ ਬੰਦਾ ਆਵਾਜ਼ ਸਕਦਾ, ਦੋ ਬੰਦੇ ਆਵਾਜ਼ ਸਕਦੇ ਨੇ। ਇੰਟਰਨੈਸ਼ਨਲ ਚਾਹਤੇ ਤੁਸੀਂ ਤਾਂ ਇਮਾਨਦਾਰ ਹੋ, ਪਰ ਜੇ ਕੋਈ MLA ਦਾ ਇਮਾਨਦਾਰ ਹੋਏਗਾ ਤਾਂ ਕੋਈ ਵਪਾਰ ਚੱਲਦਾ ਹੋਇਆ ਸੂਬੇ 'ਚ, ਉਹਦੇ ਪਹਿਲਾਂ ਟੈਕਸ ਲਾਉਣ ਦੀ ਭੁੱਲੀ ਮਰੋੜ ਲੈਂਦੇ ਨੇ। ਉਹਦੇ ਸੈਂਟਰਲ ਏਜੰਸੀਆਂ CBI ਭੇਜ ਦੋ। ਹੁਣ ਕਿਸਾਨੀ ਕਿਉਂ ਚੱਲ ਰਿਹਾ? ਮੈਂ ਕਹਿੰਦਾ ਆਰਤੀਏ, ਇਸੇ ਸਰਕਾਰ ਜੇ ਹੋਇਆ ਸਾਡੀ, ਮੈਂ ਕਹਿੰਦਾ ਆਰਤੀਏ ਸਾਡੀ ਇਸ ਮੰਡੀਆਂ ਦੇ ਸਿਸਟਮ, ਮੇਰੇ ਬਾਪ ਦਾਦਿਆਂ ਨੇ ਮਿਹਨਤ ਕਰਕੇ ਇਹ ਮੰਡੀਆਂ ਦਾ ਸਿਸਟਮ ਬਣਾਇਆ। ਆਰਤੀਆਂ ਦਾ ਬਿਜ਼ਨਸ ਹੈ, ਉਹਨਾਂ ਦੇ ਰੇਟਾਂ ਪੈ ਰਹੀਆਂ, MLA ਦੇ ਨਾਂ ਦੇ ਤੇ ਪ੍ਰੈਸ਼ਰ ਪਾਉਂਦੇ। ਕੰਮ ਇਸੇ ਸਰਕਾਰ ਨੇ ਕੀਤਾ। ਜਵਾਬ ਦੇਣਾ ਪਹਿਲਾਂ ਕਿਸਾਨ ਦਾ ਹੀ ਹੈ, ਅੱਛਾ ਕੋਈ ਨਹੀਂ। ਅੱਛਾ ਹੁਣ ਕਿਸਾਨ ਸਾਰੇ ਲੀਡਰ ਨੇ। ਉਹ ਕਹਿੰਦੇ ਅਸੀਂ ਸਾਰੇ ਅਗੇ ਜੀ ਉੱਥੇ 100 ਮਣ ਦੁੱਧ 'ਚ ਭੰਗ ਪਾ ਦਿਓ, ਰੰਗ 'ਚ ਭੰਗ ਪਾ ਦਿਓ, ਕੜੀ 'ਚ ਕੋਲਾ ਪਾ ਦਿਓ, ਉੱਥੇ ਜਾ ਕੇ ਉੱਥੇ ਪੋਲੀਟੀਕਲ ਬਣਾ ਦਿਓ ਉਹਨੂੰ। ਕਿਉਂ ਬਈ? ਜਿਹੜਾ ਤੁਹਾਡੇ ਨਾਲ ਹੈ ਉਹ ਤੇ ਬੜਾ ਸੰਤ ਹੈ, ਤੇ ਜਿਹੜਾ ਤੁਹਾਡੇ ਨਾਲ ਨਹੀਂ ਉਹ ਅੱਤਵਾਦੀ ਹੈ। ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਜੀ, ਇੱਥੇ ਪ੍ਰੈਜ਼ੀਡੈਂਟ ਰੂਲ ਲਾਣਾ। ਮੈਂ ਕਹਿੰਦਾ ਇਹ ਉੱਚੀਆਂ ਗੱਲਾਂ ਲੋਕ ਸਮਝ ਗਏ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਪਹਿਲਾਂ ਛੁਪੇ ਰੁਸਤਮ ਸੀ ਨਾ, ਹਮ ਹੈ ਛੁਪੇ ਰੁਸਤਮ ਹੈ ਨਾ, ਇਹ ਛੁਪੇ ਰੁਸਤਮ ਨਹੀਂ ਰਹੇ। ਹੁਣ ਕਿਸਾਨ ਵੀ ਜਾਣ ਗਿਆ, ਤੇਰੇ ਵਰਗਾ ਮੁੰਡਾ ਮੈਂ ਉਹਨੂੰ ਦੱਸਦਾ ਬਾਬੂ ਬਣ ਗਏ। ਹੁਣ ਜਾਣ ਗਿਆ ਕਿ ਨਹੀਂ ਜਾਣ ਗਿਆ? ਤੇਰੇ ਨਾਲ ਹਮ ਹੈ ਬਣਾ। ਚਲੋ ਮੈਂ ਕਿੱਥੋਂ ਦੀ ਤੋਕ ਕਿੱਥੇ ਜੋੜਦੀ, ਲੇਕਿਨ ਜੇ ਮੈਂ ਇਹਨੂੰ ਦੱਸ ਰਿਹਾ, ਗੱਲਾਂ ਇਹ ਥੋੜਾ ਸੁਣ ਰਿਹਾ। ਆ ਦੇਖੋ ਇਹਦੇ ਰਾਹੀਂ ਅੱਜ ਕੱਲ ਸੋਸ਼ਲ ਮੂਵਮੈਂਟ ਹੈ ਨਾ, ਇਹ ਚਲਾ ਕੌਣ ਰਿਹਾ? ਸੋਸ਼ਲ ਮੀਡੀਆ। ਬਾਕੀ ਦੇ ਵਿਗੇ ਕਿੰਨੇ ਉਹ ਚੰਗੇ ਵੀ ਨੇ, ਬੜੇ ਲੋਕ ਚੰਗੇ ਨੇ। ਮੇਰੀ ਗੱਲ ਨੂੰ ਸੁਣੋ, ਆਪਣੀ ਸ਼ਹਿਰ ਦੇ ਵਿੱਚ ਪੰਜਾਬ ਕੇਸਰੀ ਹਵਾ ਪਾਉਂਦੇ ਬਲਜੀਤ ਸਿੰਘ ਹਮਦਰਦ ਵਰਗੇ ਬੰਦੇ ਬੜੇ ਚੰਗੇ ਨੇ, ਜਿਨ੍ਹਾਂ ਦੇ ਮੱਥੇ ਲਿਖਿਆ ਨੋਟ ਫੋਰ ਸੇਲ। ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ, ਜਿਹੜੇ ਧਰਮ ਦੇ ਝੰਡੇ ਬਰਦਾਰ ਨੇ, ਚੰਗੇ ਵੀ ਨੇ ਤੇ ਮਾੜੇ ਵੀ ਨੇ। ਆਪਾਂ ਉਹਨਾਂ ਦੀ ਆਪਾਂ ਉਸ ਗੱਲ ਕਿਉਂ ਕਹੀਏ? ਨਹੀਂ ਸਮਝਦੇ। ਸਵਾਲ ਇਹ ਮੈਂ ਕਹਿਣਾ ਤੁਹਾਨੂੰ, ਆ ਚੰਗੇ ਮਾੜੇ ਨੂੰ ਤਾਕਤ ਤੁਸੀਂ ਦੇਣੀ ਹੈ। ਇਹ ਤੁਸੀਂ ਤੈਅ ਕਰਨਾ। ਅਖਬਾਰ ਨੂੰ ਵੀ ਤੁਸੀਂ ਦੇਣੀ ਹੈ ਤਾਕਤ, ਇਹ ਦੇਖੋ TV ਨੂੰ ਵੀ ਤੁਸੀਂ ਦੇਣੀ ਹੈ ਤਾਕਤ, ਇਹ ਸੋਸ਼ਲ ਮੀਡੀਆ ਨੂੰ ਵੀ। ਇਹ ਨਵਜੋਤ ਸਿੰਘ ਸਿੱਧੂ ਨੇ ਨਹੀਂ ਦੇਣੀ। ਤੁਸੀਂ ਸੋਚਦੇ ਹੋ ਬੜਾ MLA ਆ ਗਿਆ, ਮੈਂ ਕਿਉਂ ਤੁਹਾਡੇ ਨਾਲ ਇੱਥੇ ਆ ਨਹੀਂ ਬੈਠਾ? ਕਿਉਂਕਿ ਤਾਕਤ ਤੁਹਾਡੇ ਕੋਲ ਯਾਰ। ਮੈਂ ਤੁਹਾਨੂੰ ਕਹਿੰਦਾ ਅਲਗ ਜਗਾਓ, ਸ਼ਹਿਨਸ਼ਾਹ ਤੁਸੀਂ ਹੋ। ਸ਼ਹਿਨਸ਼ਾਹ ਸ਼ਿਕਾਇਤ ਥੋੜਾ ਨਾ ਕਰਦਾ ਹੁੰਦਾ,
ਉਹ ਤਾਂ ਸ਼ਿਕਸਤ ਦਿੰਦਾ ਸ਼ਹਿਨ ਛਾਉਂ ਅਸਲ ਇਹਨਾਂ ਨੂੰ ਮਾਰਨ ਦੀ ਸਭ ਤੋਂ ਬੈਸਟ ਹੈ ਜੀ ਈਵੀਐਮ ਬੰਦ ਹੋਵੇ ਬਸ ਕੀ ਕਿਉਂਕਿ ਦੇਖੋ ਇਹਨਾਂ ਨੇ ਸਾਰਾ ਕੁਝ ਮੁਸ਼ਕਲਾਤ ਤੇ ਫੇਲ ਕਰ ਲੈਣਾ ਤੇ ਮੁਸਲਮਾਨ ਦੇਖੋ ਜੀ ਉੱਤਰ ਪ੍ਰਦੇਸ਼ 'ਚ ਮੁਸਲਮਾਨ ਦਾ ਇਲਾਕਾ ਜਿਹਦੇ 'ਚ ਹਿੰਦੂ ਬੰਦਾ ਨਹੀਂ ਗਾ ਤੇ ਉਸੇ ਜਿਹੜਾ ਬੀਜੇਪੀ ਜਿੱਤ ਗਈ ਹਿੰਦੂ ਬੰਦਾ ਖੜਾ ਹੋਇਆ ਕਦੀ ਉਹ ਸਾਰਾ ਮੁਸਲਮਾਨ ਵੋਟ ਦਾ ਪਾਏ ਇੱਕ ਗੱਲ ਸੁਣ ਜਦੋਂ ਜ਼ਮੀਨ 'ਚੋਂ ਆਵਾਜ਼ ਆਉਂਦੀ ਹੈ ਨਾ ਉਹ ਕੰਨ ਫਾੜ ਕੇ ਆਉਂਦੀ ਹੈ। ਉਹਨੂੰ ਕੋਈ ਰੋਕ ਨਹੀਂ ਸਕਦਾ ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਤੂਫਾਨ ਜਬ झूम के उठेगा ਤਿੰਨ ਕੋਸ ਨਾ ਤਾਲਾ ਜਾਏ ਇਹ ਤੂਫਾਨ ਹੈ ਮਿੱਤਰਾ ਇਹ ਲੋਕ ਮੂਵਮੈਂਟ ਹੈ ਇਹ ਲੋਕਾਂ ਦਾ ਉਹ ਹੈ ਸਮਝੋ ਮੇਰੀ ਗੱਲ? ਇਸ ਕਰਕੇ ਬੜਾ ਵਧੀਆ ਲੱਗਿਆ ਯਾਨੀ ਚਾਹ ਪਿਆ ਯਾਰ ਕਰਮ ਅੱਜ 500 ਵਟਾ ਕੇ ਜਾਣੇ ਮੈਂ ਤੇਰੇ ਤੇਰਾ ਪੈਸੇ ਕੱਢ ਬਈ ਯਾਨੀ ਨੂੰ ਮੁੰਡਿਆਂ ਨੂੰ ਜਿਹੜੇ ਬਿਹਾਰੋਂ ਆਏ ਆ बिहार तो आए बाकी मेहमान जो हमारा होता है वो जान से प्यारा होता है वो पता लगे भी जान तो प्यारा दूंगा आज तेरी दिहाड़ी मैं दे के गल खत्म आई दे तेरे को पा सकते हैं भाई नहीं कर सकते आई कर कोई अमृतसर टुट के क्या थोड़े भरावां जो कि सिद्धू ने मेरा बाल भी दिला कह सकता एक बंदा कर दियो मैं उधर नाराज नहीं जोड़े बथेरे है पर जिंदगी में एक बंदा नहीं उठ के कह सकता इस धरती के उत्ते फिर जीवन सफला करना ना ਉਹ ਕਹਿੰਦਾ ਬਾਬਾ ਬੰਦਾ ਸਿੰਘ ਭਗਤ ਸੀ ਉਹ ਤਪਸਵੀ ਸੀ ਤੇ ਗੁਰੂ ਸਾਹਿਬ ਜਦੋਂ ਉਹਦੇ ਕੋਲ ਗਏ ਉਹ ਕਹਿੰਦਾ ਜੀ ਮੈਂ ਤੇ ਰੱਬ ਦੀ ਆਰਾਧਨਾ ਕਰਦਾ ਹੈ ਤੇ ਮੈਂ ਤੇ ਤਪਸਵੀ ਆ ਤੇ ਗੁਰੂ ਸਾਹਿਬ ਨੇ ਪਤਾ ਕੀ ਇਹਨੂੰ ਕਹਿੰਦਾ ਜੇ ਤੈਨੂੰ ਕਿਸਾਨ ਦੇ ਹੰਝੂ ਚ ਰੱਬ ਨਹੀਂ ਦੇਖਦਾ ਤੇ ਗਰੀਬ ਦੀ ਪੀੜ ਚ ਰੱਬ ਨਹੀਂ ਦੇਖਦਾ ਫਿਰ ਕਿੱਥੇ ਦੇਖੇਗਾ ਫਿਰ ਉਹ ਭਗਤੀ ਕਰਨੀ ਹੈ ਤੇ ਉਸ ਪਰਮਾਤਮਾ ਦੀ ਭਗਤੀ ਕਰਨੀ ਜਿਹੜਾ ਇਨਸਾਨ ਚ ਵਸਦਾ ਹੈ ਨਰ ਚ ਨਾਰਾਇਣ ਤੇ ਗੁਰੂ ਸਾਹਿਬ ਨੇ ਇੰਨੀ ਗੱਲ ਸਮਝਾਈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਰਾਜ ਪੂਰਾ ਪਾੜ ਮਾਰਿਆ ਸੀ ਉਹ ਕਹਿੰਦਾ ਮੈਂ ਤੇਰਾ ਬੰਦਾ ਤੇਰਾ ਨਾਂ ਰੱਖਿਆ ਬੰਦਾ ਸਿੰਘ ਬਹਾਦਰ ਗੱਲ ਸਮਝੋ ਇਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਸਮਝੋ ਔਰ ਮੈਂ ਐਂਡ ਦੇ ਵਿੱਚ ਆਪਣੇ ਕੋਈ ਨਹੀਂ ਲੋਕ ਮਹਾਰਾਜ ਇਹ ਚੀਜ਼ਾਂ ਇੱਕ ਤਾਂ ਫਿਰ ਪਰਿਵਾਰ ਉਹਦੇ ਫਿਰ ਪਰਿਵਾਰ ਮੈਂ ਹੁਣ ਐਂਡ ਕਰਦਾ ਗੁਰੂ ਸਾਹਿਬ ਦੀਆਂ ਗੱਲਾਂ ਕੀ ਯਾਰ ਮਿੱਤਰ ਪਿਆਰਿਆ ਕਿਹਾ ਮੈਂ ਜਿਉਂਦੇ ਰਹੋ ਯਾਰ ਕੋਈ ਬੜਾ ਸੋਹਣਾ ਓਏ ਬਹੁਤ ਹੋਈਆਂ ਮੈਂ ਐਂਡ ਕਰਦਾ ਮੇਰੀ ਮਾਂ ਦੇਖੋ ਮੇਰੀ ਮਾਂ ਹਿੰਦੂ ਸੀ ਪਿਓ ਖਾਲਸ ਸਿੱਖ ਮਤਲਬ ਚਕਰਾਤੇ ਮੇਰਾ ਫਾਦਰ ਜਦੋਂ 4 ਭਾਈ ਹੁੰਦੇ ਸੀ ਤੇ ਮੇਰਾ ਦਾਦਾ ਉੱਥੇ ਉਹਨਾਂ ਨੂੰ ਬੈਠ ਕੇ ਗੁਰਬਾਣੀ ਦੀਆਂ ਤੁਕਾਂ ਸੁਣਾਇਆ ਉਹਨਾਂ ਦੀ ਐਜੂਕੇਸ਼ਨ ਗੁਰਬਾਣੀ ਹੋਵੇ ਕੋਈ ਹੋਵੇ ਰਸਤਾ ਦੇਖ ਕੇ ਨਾ ਤੇ ਮੇਰੀ ਮਾਂ ਕਹਿੰਦੀ ਮੇਰੀ ਬੇਟਾ ਜ਼ਿੰਦਗੀ ਚ ਯਾਦ ਰੱਖੀ ਪਰਿਤਰਾ ਨਾਮ ਸਾਧੂ ਨਾਮ ਵਿਨਾਸ਼ ਆ ਜਾਏ ਦੁਸ਼ਕਰਤਾ ਧਰਮ ਸੰਸਥਾਪਨਾ ਸਾਏ ਸੰਭਵਾਨੀ ਯੁਗੇ ਯੁਗੇ ਮਤਲਬ ਜਦ ਜ਼ੁਲਮ ਵੱਧਦਾ ਜਦ ਗਰੀਬਾਂ ਤੇ ਮਜ਼ਲੂਮਾਂ ਦੇ ਉੱਤੇ ਉਹਦੇ ਅਧਿਕਾਰ ਖੋਏ ਜਾਂਦੇ ਆ ਪਰਮਾਤਮਾ ਆਪਣੇ ਬੰਦਿਆਂ ਰਾਹੀਂ ਧਰਮ ਦੀ ਸਥਾਪਨਾ ਕਰਾਉਂਦਾ ਹੈ ਕਿਸਾਨ ਚੁਣਿਆ ਰੱਬ ਨੇ ਕਿਸਾਨ ਚੁਣਿਆ ਉਹਦੇ ਨਾਲ ਲੱਗੋ ਉਹਦੇ ਮੋਢੇ ਨਾਲ ਮੋਢਾ ਜੋੜੋ ਇਹ ਥੋੜੀ ਲੜਾਈ ਹੈ ਭਾਜੀ ਉਹ ਲੜ ਰਿਹਾ ਤੁਸੀਂ ਵੀ ਲੜੋ ਮੈਂ ਤੁਹਾਨੂੰ ਕਹਿ ਰਿਹਾ ਇਹ ਆਪਾਂ ਜੇ ਇੱਕ ਇਹ ਆਪਣੀ ਜਿੱਤ ਹੈ ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਤੇ ਉਹੀ ਸ਼ਕਤੀ ਵਿਭਾਜਿਤ ਹੋ ਜੇ ਪਤਨ ਦਾ ਕਾਰਨ ਅੱਛਾ ਛੋਟੀਆਂ ਗੇਮਾਂ ਖੇਡ ਰਿਹਾ ਸਿੱਧੂ ਦੇ ਖਿਲਾਫ ਇਹਨਾਂ ਨੂੰ ਕਹਿਣ ਨੂੰ ਕੁਝ ਨਹੀਂ ਇਹ ਮਿੱਠੇ ਛੜਿਆੰਤਰ ਰਚਦੇ ਮੈਂ ਮਾਰਦਾ ਭਿਉਂ ਕੇ ਠਾੜ ਕਰ ਧਰਮ ਨਾ ਖੜੇ ਆ ਇਹ ਪਿੱਠ ਤੇ ਵਾਰ ਕਰਦੇ ਮੈਂ ਕਹਿੰਦਾ ਛਾਤੀ ਤੇ ਆ ਜਦੋਂ ਛਾਤੀ ਤੇ ਭੱਜ ਜਾਂਦੇ 100 ਗਿੱਦੜ ਸ਼ੇਰ ਦੀ ਪੂਛ ਨੂੰ ਐ ਹੱਥ ਪਾਉਣਗੇ ਤੇ ਸ਼ੇਰ ਦੀ ਪੱਪੀ ਨੂੰ ਐ ਮਾਰੂ ਪੰਜ ਹੱਥਾਂ ਸ਼ੇਰ ਉਹ ਆ ਜਿਹਦੇ ਪੱਲੇ ਕਰਨਾ ਆ ਢੰਡਾਰੀ ਦੇ ਕੋਲ ਗਿਆ ਖੁਰਿਓ ਕਹਿੰਦਾ ਮੈਨੂੰ ਮੇਰੇ ਸ਼੍ਰੀ ਦਾ ਆਸ਼ੀਰਵਾਦ ਦੇਵੇ ਉਹ ਕਹਿੰਦੀ ਜਥਾ ਧਰਮਾ ਤਥਾ ਵਿਜਿਆ ਜਿੱਥੇ ਧਰਮ ਹੋ ਉੱਥੇ ਜਿੱਤੋ ਜੀ ਅਸਲ ਵਿੱਚ ਨਾ ਇਹ ਗੱਲਾਂ ਲੋਕਾਂ 'ਚ ਬੈਠ ਕੇ ਹਰ ਪੋਲੀਟੀਸ਼ੀਅਨ ਜਾਂ ਹਰ ਬੰਦੇ ਨੂੰ ਉਮੀਦ ਕਰੀਏ ਕਿ ਕਰਦੇ ਨਹੀਂ ਉਹਦੇ ਵਿੱਚ ਹੋਰ ਵੀ ਕਾਰਨ ਨੇ ਉਹ ਬੰਦਾ ਆਪ ਕਿਤੇ ਨਾ ਕਿਤੇ ਕੰਪਰੋਮਾਈਜ਼ ਹੈ ਉਹਨੇ ਆਪ ਕਿਸ ਤੋਂ ਫੜਿਆ ਕਿਸ ਤੋਂ ਲੈਤਾ ਹੈ ਜਾਂ ਜੋ ਬੰਦਾ ਕੋਈ ਕਰਪਸ਼ਨ ਐਲੀਗੇਸ਼ਨ ਲਾਤਾ ਹੈ ਜਾਂ ਤੁਸੀਂ ਸੈਂਟਰ ਬਾਰੇ ਤੁਸੀਂ ਇਹ ਸੱਚ ਬੋਲੋ ਕਰਜ਼ ਦਾ ਸੱਚ ਟੈਕਸਾਂ ਦਾ ਸੱਚ ਥੋੜੀ ਡੈਮੋਕ੍ਰੇਸੀ ਦਾ ਸੱਚ ਤੁਸੀਂ ਇਹ ਬੋਲ ਦੋ ਖੁੱਲ ਕੇ ਅਤੇ ਉਹ ਸਾਰੀ ਦੁਨੀਆ 'ਚੋਂ ਆਵਾਜ਼ ਆਵੇ ਤੁਹਾਡੇ 'ਚ ਕੋਈ ਵੀ ਥੋੜੀ ਕੁਝ ਵੀ ਗਲਤੀ ਹੋਵੇ ਉਹ ਤਾਂ ਉਹਦੀ ਕਦੇ ਸੀਬੀਆਈ ਭੇਜਣਗੇ ਕਦੇ ਆਈਟੀ ਭੇਜਣਗੇ ਕਦੇ ਈਡੀ ਭੇਜਣਗੇ ਉਹੀ ਢੇਰ ਕਰ ਦੇਣਗੇ ਇਹਦਾ ਸਿਰਫ ਇੱਕ ਇਮਾਨਦਾਰ ਬੰਦਾ ਹੀ ਉੱਠ ਕੇ ਇਹ ਗੱਲ ਕਰਕੇ ਲੋਕਾਂ ਵਿੱਚ ਆ ਸਕਦਾ ਨਹੀਂ ਤਾਂ ਇਹਨਾਂ ਨੇ ਬਣਾ ਲਿਆ ਆਪਣਾ ਸਿਸਟਮ ਫੜਨ ਦਾ ਕਿਰਦਾਰ ਕਦੋਂ ਫੇਰੂ ਹੁੰਦਾ ਕਿਰਦਾਰ ਕਦੋਂ
ਭੁੱਖੇ ਰੁਕੇ ਰੁਕੇ ਤੁਸੀਂ ਸਮਝੌਤਾ ਕਰਦੇ ਹੋ। ਆਪਣੇ ਪੁੱਤ ਲਈ ਸਮਝੌਤਾ ਕਰਦੇ ਹੋ ਹੈ, ਆਪਣੇ ਬਿਜ਼ਨਸ ਲਈ ਸਮਝੌਤਾ ਕਰਦੇ ਹੋ। ਮੈਂ ਨਹੀਂ ਬੋਲਣਾ ਯਾਰ, ਮੈਨੂੰ ਕੀ, ਸਾਨੂੰ ਕੀ, ਸਾਡਾ ਕੀ, ਇਹ ਮੇਰਾ ਤੇਰਾ ਛੱਡੋ। ਉਹ ਸਾਡਾ ਪੰਜਾਬ, ਸਾਡਾ ਅੰਦੋਲਨ, ਦੇਖੋ ਝੰਡੇ ਝੰਡਾ ਲਾ ਕੇ ਗੱਲ ਸਮਝ ਲਓ। ਉਹ ਗਿਆਨੀ ਪਾਰਟੀ ਚਾਹ ਦੀ ਤਿਆਰੀ ਜੇ ਪਿੰਡ ਮਾਰੂਗਾ ਚਾਹ ਨਿਕਲੋ ਅੰਦਰੋਂ ਮੇਰੇ ਭਾਈ। ਚਲੋ ਬਹੁਤ ਚੰਗਾ ਲੱਗਿਆ ਭਾਈ। ਹਾਂਜੀ ਭਾਈ ਆ ਦਿਓ ਚੰਗਾ ਭਾਈ ਬਣਾ ਮੈਂ ਵੀ ਉਧਰਾ ਮੈਂ ਕਿਹਾ ਇੱਕ ਕੀ ਤੂੰ 10 ਕੇ ਜਾਣਾ ਕਿ ਰੋਕਣਾ ਨਹੀਂ। ਤੁਸੀਂ ਆਪਣੀ ਲਾਈ ਦੇ ਜਿੱਥੇ ਗੁਰੂ ਆਵੇ ਉੱਥੇ ਕੋਈ ਹੰਕਾਰ ਨਹੀਂ। ਮੇਰੀ ਮੈਂ ਮੁੱਕੀ ਫਿਰ ਤੂੰ ਹੀ ਤੂੰ, ਜਿੱਥੇ ਮੇਰੀ ਮੈਂ ਉੱਥੇ ਨਹੀਂ ਹੈ। ਚਲੋ ਭਾਈ ਆਤਾ ਵਾਪਸ ਚੰਗਾ ਭਾਈ ਆਓ ਦਿਖਾ ਆ ਤੇਰੇ ਸ਼ਾਬਾਸ਼ ਹੈ। ਬਾਲ ਦੇਖ ਕੋਈ ਆਦੀ ਆ ਯਾ ਤੂਫਾਨ ਬਾਲ ਖੜੇ ਆ ਸੀਨਾ ਤਾਂ ਜੋ ਲੈ ਲੋ ਬਾਲ ਦੇ ਜਲ ਲੱਗੇ ਚੱਲ ਸ਼ਾਬਾਸ਼ ਏਦਾਂ ਹੀ ਤੇਰੇ ਕੀ ਬਰਾਬਰ ਅਦਰ ਸੰਧੂ ਫੋਟੋ ਫੋਟੋ ਨਹੀਂ ਰੱਬ ਓਕੇ ਜੀ। ਹੋਇਆ ਹੋਇਆ हाँ ये हो सकता है। महाराज तेरी भरजाई मेरी भी भरजाई चल भाई इंस्पेक्टर पीछे ट्रैफिक लगन दे अपने चौधर आ जाएगा आओ नावटी मेरी है प्यार करता जा मैं तेरे बोलो सोनिया पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com।